हाँ जी। ਸੋ ਆਪਾਂ ਨੂੰ ਕਹਿ ਰਹੇ ਜਿਹੜੇ ਫੋਸਿਲ ਫਿਊਲਸ ਆ ਜੀ, ਫੋਸਿਲ ਫਿਊਲਸ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਆਉਂਦੀ ਤੁਹਾਨੂੰ ਸਾਰਿਆਂ ਨੂੰ ਪਤਾ। ਇਹਦੇ ਵਿੱਚ ਜਿਵੇਂ ਕੋਲ ਹੋ ਗਿਆ ਜੀ, ਆਪਣੇ ਕੋਲੇ ਕੋਲਾ ਹੋ ਗਿਆ, ਪੈਟਰੋਲ ਹੋ ਗਿਆ, ਸਾਰੀਆਂ ਚੀਜ਼ਾਂ ਆਪਣੇ ਕੋਲੇ ਫੋਸਿਲ ਫਿਊਲਸ ਆਉਂਦੀਆਂ ਜੀ। ਫੋਸਿਲ ਫਿਊਲ ਕਹਿੰਦੇ ਜੀ ਮੇਨ ਸੋਰਸ ਆ ਜੀ ਆਪਣੀ એનર્ਜੀ ਦੇ, ਕਿਉਂਕਿ ਪੈਟਰੋਲ ਤੋਂ એનર્ਜੀ ਪੈਦਾ ਕਰਦੇ ਆ ਆਪਾਂ, ਕੋਲਾ ਵਗੈਰਾ ਯੂਜ਼ ਕਰਦੇ ਬਿਜਲੀ ਪੈਦਾ ਕਰਨ ਦੇ ਲਈ। ਇਹ ਆਪਣੇ ਮੇਨ ਸੋਰਸ ਆ ਜੀ ਕਹਿੰਦੇ ਵਰਲਡ ਦੇ ਵਿੱਚ। ਪਰ ਕਹਿੰਦੇ ਜੀ ਲੋਕ ਆਰ ਬੀਇੰਗ ਐਨਕਰੇਜਡ, ਧਿਆਨ ਨਾਲ ਦੇਖਿਓ ਜੀ ਇੱਥੇ ਇੱਥੇ ਇੱਕ ਸਟਰਕਚਰ ਲੱਗੀ ਆ ਰਾਈਟਿੰਗ ਦਾ ਮੀਨ, ਆਪਾਂ ਨਾਲ ਸਟਰਕਚਰਸ ਵੀ ਡੇਲੀ ਬੇਸਿਸ ਤੇ ਸਿੱਖਣੀਆਂ ਹੁੰਦੀਆਂ। ਦੇਖੋ ਇਹਦੇ ਵਿੱਚ ਕੀ ਲਿਖਿਆ ਜੀ, ਹੁਣ ਧਿਆਨ ਨਾਲ ਦੇਖਿਓ ਜੀ। ਇਹ ਚੀਜ਼ ਤੇ ਮੈਂ ਥੋੜੇ 5 ਮਿੰਟ ਲਾਉਂਗਾ, ਫਿਰ ਆਪਾਂ ਵਾਪਸ ਮੁੜਾਂਗੇ ਟਾਸਕ ਦੇ ਉੱਪਰ ਜੀ। ਇਹ ਟਾਸਕ ਉੱਪਰ ਆਪਾਂ ਵਾਪਸ ਮੁੜਾਂਗੇ ਜੀ। ਫਿਰ ਦੇਖੋ ਧਿਆਨ ਨਾਲ ਦੇਖਿਓ, ਆਪਾਂ ਨੂੰ ਇੱਥੇ ਦੋ ਚੀਜ਼ਾਂ ਹੁੰਦੀਆਂ ਜੀ। ਇੱਕ ਮੈਂ ਇੱਥੇ ਲਿਖੂੰਗਾ ਜੀ ਆਪਣੇ ਕੋਲੇ ਜਾਨੀ ਕਿ ਐਕਟਿਵ ਫਾਰਮੇਸ਼ਨ, ਤੇ ਇੱਕ ਆਪਾਂ ਇੱਥੇ ਲਿਖਾਂਗੇ ਜੀ ਪੈਸਿਵ ਫਾਰਮੇਸ਼ਨ। ਹਾਂਜੀ, ਪੈਸਿਵ ਫਾਰਮੇਸ਼ਨ ਜੀ। ਤਾਂ ਦੇਖੋ ਇਹਦੇ ਵਿੱਚ ਕੀ, ਐਕਟਿਵ ਫਾਰਮੇਸ਼ਨ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜਾ ਡੂਅਰ ਹੁੰਦਾ ਜੀ ਕੰਮ ਕਰਨ ਵਾਲਾ, ਜਿਹੜਾ ਕਿਸੇ ਨਾ ਕਿਸੇ ਐਕਸ਼ਨ ਨੂੰ ਹਾਂਜੀ ਕਰਨ ਵਾਲਾ ਹੋਵੇ, ਉਹ ਮੂਹਰੇ ਪਿਆ ਹੁੰਦਾ ਜੀ ਇਹਦੇ ਵਿੱਚ। ਹੁਣ ਜੇ ਆਪਾਂ ਕਹਿਣਾ ਹੋਵੇ, ਧਿਆਨ ਨਾਲ ਦੇਖਿਓ ਜੀ, ਆਪਾਂ ਮੰਨ ਕੇ ਲਓ ਇੱਥੇ ਕਹਿਣਾ ਹੋਵੇ ਜੀ ਫॉर एग्जांपल ਆਪਾਂ ਇੱਥੇ ਕੋਈ ਨਾ ਕੋਈ ਸੈਂਟੈਂਸ ਸੋਚ ਲੈਂਦੇ ਆ। ਮੈਂ ਕਹਦਾ ਜੀ ਪੀਪਲ, ਜਾਂ ਮੈਂ ਇੱਥੇ ਪੇਰੈਂਟਸ ਕਹਤਾ ਜੀ, ਐਲ ਮੈਂ ਕਹਤਾ ਜੀ पेरेंट्स आर मोटिवेटिंग, ਜਾਂ इसे लिख लो कि इनकरेजिंग, पेरेंट्स आर इनकरेजिंग देयर चिल्ड्रन। ਇਹਦਾ मीनिंग ਕੀ ਨਿਕਲਿਆ ਜੀ? ਇੱਥੋਂ ਨੂੰ ਵੇਖ ਕੇ ਤੁਹਾਨੂੰ ਪਤਾ ਲੱਗਿਆ ਕਿ ਯਾਨੀ ਕਿ ਪ੍ਰੈਜ਼ੈਂਟ ਕੰਟੀਨਿਊ ਆ, ਜਿਹਦੇ ਵਿੱਚ ਮੂਹਰੇ ਡੂਅਰ ਪਏ ਆ। ਪੇਰੈਂਟਸ ਡੂਅਰ ਆ ਜੀ, ਪੇਰੈਂਟਸ ਕੋਈ ਕੰਮ ਕਰ ਰਹੇ ਆ। ਕਿਹੜਾ ਕੰਮ ਕਰ ਰਹੇ ਆ? ਉਹ ਇਨਕਰੇਜ ਕਰਨ ਦਾ ਕੰਮ ਕਰ ਰਹੇ ਆ ਜੀ। ਕਿਹਨਾਂ ਨੂੰ ਇਨਕਰੇਜ ਕਰਨ ਦਾ ਕੰਮ? ਆਪਣੇ ਬੱਚਿਆਂ ਨੂੰ ਇਨਕਰੇਜ ਕਰਨ ਦਾ ਕੰਮ। ਇਹ ਇੱਕ ਐਕਟਿਵ ਫਾਰਮੇਸ਼ਨ ਆ, ਯਾਨੀ ਕਿ ਪ੍ਰੈਜ਼ੈਂਟ ਕੰਟੀਨਿਊ ਆਪਾਂ ਨਾਮ ਦਿੱਤਾ ਜੀ, ਪ੍ਰੈਜ਼ੈਂਟ ਕੰਟੀਨਿਊ। ਹੁਣ ਗ੍ਰਾਮਰ ਦੇ ਵਿੱਚ ਪ੍ਰੈਜ਼ੈਂਟ ਕੰਟੀਨਿਊ ਦੇ ਵਿੱਚ ਡੂਅਰ ਮੂਰੇ ਪਿਆ ਹੁੰਦਾ ਜੀ। ਤੇ ਜੇ ਆਪਾਂ ਇਹਦੀ ਵੌਇਸ ਫਾਰਮੇਸ਼ਨ ਬਣਾਉਣੀ ਹੋਵੇ ਤਾਂ ਫਿਰ ਕੀ ਹੁੰਦਾ ਜੀ? ਫਿਰ ਇਹਦੇ ਵਿੱਚ ਆਪਣੇ ਕੋਲੇ ਡੂਅਰ ਬੈਕ ਜਾ ਵੜਦਾ, ਤੇ ਆਪਣੀ ਜਿਹੜੀ ਫਾਰਮੇਸ਼ਨ ਹੁੰਦੀ ਉਹ ਕੀ ਹੁੰਦੀ ਆ? ਕੋਈ ਨਾ ਕੋਈ ਜਿਹੜੀ ਮੇਨ ਚੀਜ਼ ਆ, ਆਬਜੈਕਟ ਆ ਗਿਆ, ਤੇ ਬਾਅਦ ਚੋਂ ਆਪਣੇ ਕੋਲੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਹੈਲਪਿੰਗ ਵਰਬ, ਬਾਅਦ ਚੋਂ ਬੀਇੰਗ ਲੱਗਾ ਹੁੰਦਾ ਵਾ, ਤੇ ਬਾਅਦ ਚੋਂ ਆਪਾਂ ਨੂੰ ਇੱਥੇ ਥਰਡ ਫਾਰਮ ਲਾ ਕੇ ਜਿਹੜੇ ਬਾਕੀ ਦੇ ਵਰਡ ਆਪਣੇ ਕੋਲੇ ਰਹਿ ਜਾਂਦੇ ਹੁੰਦੇ ਆ। ਹੁਣ ਪਹਿਲੇ ਦੇ ਵਿੱਚ ਪੇਰੈਂਟਸ ਖੁਦ ਇਨਕਰੇਜ ਕਰ ਰਹੇ ਆ ਜੀ ਕਿਸੇ ਨੂੰ, ਤੇ ਜੇ ਮੈਂ ਸੇਮ ਚੀਜ਼ ਨੂੰ ਮੰਨ ਕੇ ਚੱਲੋ, ਮੈਂ ਪੇਰੈਂਟਸ ਮੂਹਰੇ ਰੱਖਣ ਦੇ ਦਿੱਤਾ ਜੀ। ਆਪਣੇ ਟੀਚਰ ਕਹਿੰਦੇ ਹੁੰਦੇ ਸੀਗੇ ਜੀ ਇਹਨੂੰ ਡੂਅਰ ਨੂੰ ਪਿੱਛੇ ਲੈ ਜਾਓ, ਇਹਨੂੰ ਇੱਥੇ ਲੈ ਜਾਓ। ਉਹ ਵਾਲੀਆਂ ਚੀਜ਼ਾਂ ਥੋੜੀਆਂ ਜਿਹੀਆਂ ਜ਼ਿਆਦਾ ਆਪਾਂ ਕਹਿ ਦਈਏ ਕਿ ਮਕੈਨੀਕਲ ਹੁੰਦੀਆਂ ਸੀਗੀਆਂ। ਰੀਅਲ ਲਾਈਫ ਵਿੱਚ ਇਦਾਂ ਨਹੀਂ ਹੁੰਦਾ ਜੀ। ਰੀਅਲ ਲਾਈਫ ਦੇ ਵਿੱਚ ਟੈਂਸ ਦੇ ਵਿੱਚ ਵੀ ਕਈ ਵਾਰੀ ਪੇਰੈਂਟਸ ਮੂਹਰੇ ਰੱਖਿਆ ਪਿਆ ਹੋਊਗਾ, ਤੇ ਭਾਵੇਂ ਤੁਸੀਂ ਇਹਦਾ ਵੌਇਸ ਬਣਾ ਲਓ, ਵੌਇਸ ਵਿੱਚ ਵੀ ਪੇਰੈਂਟਸ ਮੂਹਰੇ ਲਿਖਿਆ ਪਿਆ ਹੋਣਾ, ਤਾਂ ਇਹਦੇ ਵਿੱਚ ਫਿਰ ਵੀ ਹੁਣ ਵੌਇਸ ਬਣ ਜਾਣਾ। ਹੁਣ ਤੁਹਾਨੂੰ ਇੱਥੇ ਨਿੱਕੀ ਚੀਜ਼ ਸਮਝਣੀ ਪੈਣੀ। ਦੇਖੋ ਮੈਂ ਪੇਰੈਂਟਸ ਦੀ ਜਗ੍ਹਾ ਨਹੀਂ ਚੇਂਜ ਕਰ ਰਿਹਾ, ਮੈਂ ਪੇਰੈਂਟਸ ਨੂੰ ਸਟਿਲ ਉੱਥੇ ਰੱਖ ਰਿਹਾ ਜੀ। ਪਰ ਮੈਂ ਹੁਣ ਇੱਥੇ ਕਹਤਾ ਜੀ ਪੇਰੈਂਟਸ ਆਰ ਬੀਇੰਗ ਇਨਕਰੇਜਡ, ਪੇਰੈਂਟਸ ਆਰ ਬੀਇੰਗ, ਤੇ ਬਾਅਦ ਚੋਂ ਮੈਂ ਥਰਡ ਫਾਰਮ ਕਹਿਦੀ ਇਨਕਰੇਜਡ। ਹੁਣ ਇਹ ਦੋ ਸੈਂਟੈਂਸਾਂ ਦੇ ਵਿੱਚ ਮੀਨਿੰਗ ਸਮਝਣ ਦੇ ਲਈ ਬੜੀ ਇੱਕ ਇੰਟਰਸਟਿੰਗ ਜੀ ਚੀਜ਼ ਹੈ ਜੀ। ਪਹਿਲੇ ਵਿੱਚ ਮੈਂ ਕਹਿ ਰਿਹਾ ਸੀਗਾ ਪੇਰੈਂਟਸ ਆਰ ਇਨਕਰੇਜਿੰਗ, ਤੇ ਦੂਸਰੇ ਵਿੱਚ ਮੈਂ ਕਹਿ ਰਿਹਾ ਪੇਰੈਂਟਸ ਆਰ ਬੀਇੰਗ ਇਨਕਰੇਜਡ। ਆਪਾਂ ਨੂੰ ਸਕੂਲ ਦੇ ਵਿੱਚ ਏਦਾਂ ਦੀ ਐਗਜ਼ਾਮਪਲ ਕੋਈ ਨਹੀਂ ਹੁੰਦੀ ਸੀ, ਉਹਦੇ ਵਿੱਚ ਉਹ ਡੂਅਰ ਨੂੰ ਚੱਕ ਕੇ ਹਰੇਕ ਐਗਜ਼ਾਮਪਲ ਦੇ ਵਿੱਚ ਪਿੱਛੇ ਲੈ ਕੇ ਹੀ ਜਾਂਦੇ ਹੁੰਦੇ ਸੀ, ਤਾਂ ਕਿ ਆਪਾਂ ਨੂੰ ਵਾਰੀ ਯਾਨੀ ਕਿ ਯਕੀਨ ਦਿਵਾ ਸਕਣ ਵੀ ਆ ਮੈਂ ਪਿੱਛੇ ਚੱਕ ਕੇ ਲੈ ਗਏ, ਉਹਨਾਂ ਨੂੰ ਮੂਹਰੇ ਚੱਕ ਕੇ ਲਿਆਏ। ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਟੈਕਸਟ ਬੁੱਕ ਵਿੱਚ ਏਦਾਂ ਦਾ ਕੋਈ ਗੱਲ ਨਹੀਂ ਹੁੰਦੀ ਜੀ। ਤਾਂ ਹੀ ਤੁਹਾਨੂੰ ਹਮੇਸ਼ਾ ਭੁਲੇਖੇ ਪੈਂਦੇ ਰਹਿੰਦੇ ਆ ਕਿ ਜੇ ਵੌਇਸ ਆ ਤਾਂ ਮੈਂ ਇਹਨੂੰ ਚੱਕ ਕੇ ਉਹਨੂੰ ਪਿੱਛੇ ਲੈ ਕੇ ਹੀ ਜਾਊਂਗਾ। ਐਕਚੁਅਲ ਦੇ ਵਿੱਚ ਉਹ ਲੈ ਕੇ ਜਾਣ ਦੀ ਲੋੜ ਪੈਂਦੀ ਹੋਈ ਨਹੀਂ ਕਈ ਵਾਰੀ। ਤਾਂ ਪੇਰੈਂਟਸ ਆਰ ਬੀਇੰਗ ਇਨਕਰੇਜਡ। ਤਾਂ ਦੇਖੋ ਦੋਵਾਂ ਸੈਂਟੈਂਸਾਂ ਦੇ ਵਿੱਚ ਕੀ ਫਰਕ ਆ। ਮੈਂ ਗਾਂ ਨਹੀਂ ਲਿਖ ਰਿਹਾ, ਆਪਣੇ ਟੀਚਰ ਹਰੇਕ ਵਾਰੀ ਆਪਾਂ ਨੂੰ ਬਾਏ ਲਾਉਣ ਲਈ ਕਹਿੰਦੇ ਹੀ ਹੁੰਦੇ ਸੀ, ਕੰਪਲਸ਼ਨ ਹੁੰਦੀ ਸੀ। ਰੀਅਲ ਲਾਈਫ ਦੇ ਵਿੱਚ ਟੈਕਸਟ ਬੁੱਕਸ ਦੇ ਵਿੱਚ ਬਾਏ ਜ਼ਰੂਰੀ ਨਹੀਂ ਲੱਗਾ ਹੋਊਗਾ ਜਾਂ ਨਹੀਂ ਲੱਗਾ ਹੋਣਾ, ਇੱਥੋਂ ਤੱਕ ਵੀ ਸੈਂਟੈਂਸ ਹੋ ਸਕਦਾ ਜੀ।
ਹੁਣ ਪਹਿਲੇ ਦੇ ਵਿੱਚ ਪੇਰੈਂਟਸ ਆਰ ਇਨਕਰੇਜਿੰਗ, ਇਹਦਾ ਮਤਲਬ ਪੇਰੈਂਟਸ ਖੁਦ ਕੋਈ ਕੰਮ ਕਰ ਰਹੇ ਆ ਜੀ, ਉਹ ਐਨਕਰੇਜ ਕਰਨ ਦਾ ਕੰਮ ਕਰ ਰਹੇ ਆ, ਉਹ ਇਨਕਰੇਜ ਪੱਕਾ ਕਿਸੇ ਹੋਰ ਨੂੰ ਕਰ ਰਹੇ ਆ ਇੱਥੇ, ਜੇ ਮੈਂ ਸੈਂਟੈਂਸ ਨੂੰ ਗਾਂ ਵਧਾਉਣਾ ਹੋਵੇ ਤਾਂ। ਦੂਸਰੇ ਚ ਕਹਿ ਰਹੇ ਆ ਪੇਰੈਂਟਸ ਆਰ ਬੀਇੰਗ ਇਨਕਰੇਜ, ਇਹਦਾ ਮਤਲਬ ਜੀ ਕੋਈ ਬੰਦਾ ਪੇਰੈਂਟਸ ਨੂੰ ਇਨਕਰੇਜ ਕਰ ਰਿਹਾ ਵਾ ਇਹਦੇ ਵਿੱਚ। ਇਹ ਤੇ ਨਿੱਕੀ ਜਿਹੀ ਚੀਜ਼ ਸਮਝਣ ਵਾਲੀ ਹੈ ਬਸ, ਯਾਨੀ ਕਿ ਇਹ ਦੋਵਾਂ ਚੀਜ਼ਾਂ ਦੇ ਵਿੱਚ ਜੇ ਤੁਸੀਂ ਕਹੋ ਰਾਮ ਕਿਲਡ ਤੇ ਇੱਥੇ ਤੁਸੀਂ ਕਹੋ ਜੀ ਰਾਮ ਵਾਜ਼ ਕਿਲਡ, ਜ਼ਮੀਨ ਅਸਮਾਨ ਦਾ ਫਰਕ ਹੈ ਸੈਂਟੈਂਸ ਦੇ ਵਿੱਚ। ਰਾਮ ਕਿਲਡ ਦਾ ਮਤਲਬ ਰਾਮ ਡੂਅਰ ਆ ਜੀ, ਰਾਮ ਨੇ ਕਿਸੇ ਨੂੰ ਮਾਰਤਾ ਪਹਿਲੇ ਸੈਂਟੈਂਸ ਦੇ ਵਿੱਚ। ਦੂਸਰਾ ਇਸੇ ਦਾ ਹੀ ਵੌਇਸ ਆ ਜੀ, ਰਾਮ ਵਾਜ਼ ਕਿਲਡ, ਇਹਦੇ ਵਿੱਚ ਕੀ ਆ, ਰਾਮ ਖੁਦ ਮਾਰਿਆ ਗਿਆ। ਦੇਖੋ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਤਾਂ ਪਹਿਲੇ ਵਿੱਚ ਰਾਮ ਦੋਸ਼ੀ ਆ, ਇਹ ਕਿਸੇ ਨੂੰ ਮਾਰ ਰਿਹਾ ਜੀ। ਦੂਸਰੇ ਦੇ ਵਿੱਚ ਰਾਮ ਵਿਕਟਮ ਬਣ ਗਿਆ ਜੀ, ਇੱਕ ਤਰ੍ਹਾਂ ਦਾ ਰਾਮ ਵਾਜ਼ ਕਿਲਡ, ਇਹ ਕਿਸੇ ਦੇ ਦੁਆਰਾ ਮਾਰਿਆ ਗਿਆ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਜੀ। ਮੂਰੇ ਕੌਣ ਪਿਆ ਵਾ, ਮੂਰੇ ਆਪਾਂ ਕਈ ਵਾਰੀ ਪਰਸਨ ਵੇਖ ਕੇ ਸਮਝ ਜਾਂਦੇ ਕਿ ਚਲੋ ਇਹ ਤਾਂ ਡੂਅਰ ਹੀ ਹੋਊਗਾ, ਐਕਚੁਅਲ ਦੇ ਵਿੱਚ ਕੱਲੀ ਮੂਰੇ ਹੋਣੀ ਪਛਾਣ ਆਉਂਦੀ। ਗਾਂਹ ਜਾ ਕੇ ਤੁਹਾਨੂੰ ਉਹ ਸਟਰਕਚਰ ਵੀ ਦੇਖਣੀ ਪੈਂਦੀ ਹੈ ਕਿ ਸਟਰਕਚਰ ਕੀ ਕਹਿਣਾ ਚਾਹ ਰਹੀ ਹੈ ਮੇਰੀ। ਹੁਣ ਤੋਂ ਪਹਿਲਾਂ ਆਪਾਂ ਹਮੇਸ਼ਾ ਸਮਝਦੇ ਹੁੰਦੇ ਸੀ ਕਿ ਮੂਰੇ ਦੇਖੋ ਡੂਅਰ ਪਿਆ ਵਾ ਤਾਂ ਸਮਝ ਲਓ ਐਕਟਿਵ ਆ, ਜੇ ਮੂਰੇ ਡੂਅਰ ਨਹੀਂ ਪਿਆ ਸਮਝ ਲਓ ਵਾਇਸ ਆ। ਇਹਦੇ ਵਿੱਚ ਮੈਂ ਰੱਖੀ ਜਾਂਦਾ ਮੂਰੇ ਪਰਸਨ ਕੋਈ ਨਾ ਕੋਈ ਜੀ, ਜਿਵੇਂ ਪੇਰੈਂਟਸ ਰੱਖਤਾ, ਰਾਮ ਰੱਖਤਾ। ਉਹਦੇ ਬਾਵਜੂਦ ਵੀ ਇਹ ਗਾਂਹ ਜਾ ਕੇ ਆਪਾਂ ਨੂੰ ਪਤਾ ਕਿੱਥੋਂ ਵੇਖ ਕੇ ਲੱਗ ਰਿਹਾ ਵੀ ਜੇ ਮੈਂ ਤੁਹਾਨੂੰ ਮੂਰੇ ਇੱਕ ਵਰਡ ਲਿਖ ਦੇਵਾਂ ਜੀ, ਮੈਂ ਤੁਹਾਨੂੰ ਮੂਰੇ ਇੱਕ ਵਰਡ ਲਿਖਤਾ ਮੰਨ ਕੇ ਚਲੋ ਸੋਹਿਤ, ਤਾਂ ਤੁਹਾਨੂੰ ਹਾਲੇ ਤੱਕ ਕੁਝ ਨਹੀਂ ਪਤਾ ਜੀ ਕਿ ਸਰ ਇਹ ਖੁਦ ਕੋਈ ਕੰਮ ਕਰੂਗਾ ਕਿ ਇਹਦੇ ਉੱਪਰ ਕੋਈ ਨਾ ਕੋਈ ਕੰਮ ਹੋ ਰਿਹਾ ਵਾ ਜੀ, ਇਹ ਇੱਕ ਪੈਸਿਵ ਫਾਰਮੇਸ਼ਨ ਬਣੂ। ਤੁਹਾਨੂੰ ਹਾਲੇ ਤੱਕ ਕੁਝ ਨਹੀਂ ਪਤਾ। ਤੁਹਾਨੂੰ ਕਿਵੇਂ ਪਤਾ ਲੱਗੂਗਾ ਇਹ ਚੀਜ਼? ਤੁਹਾਨੂੰ ਪਤਾ ਲੱਗੂ ਜਦੋਂ ਤੁਸੀਂ ਅੱਗੇ ਵਾਲੀ ਜਾ ਕੇ ਗ੍ਰਾਮੈਟੀਕਲ ਸਟਰਕਚਰ ਦੇਖੀ ਜਾਂਦੀ। ਜੇ ਤੁਸੀਂ ਅੱਗੇ ਜਾ ਕੇ ਦੇਖਿਆ ਮੰਨ ਕੇ ਲਓ ਸੋਹਿਤ ਸੈਂਸ, ਤਾਂ ਤੁਹਾਨੂੰ ਪਤਾ ਲੱਗਿਆ ਪ੍ਰੈਜ਼ੈਂਟ ਇੰਡੈਫੀਨੇਟ ਆ। ਸੋ ਜਿਹੜਾ ਸੋਹਿਤ ਉਹ ਖੁਦ ਕੋਈ ਨਾ ਕੋਈ ਚੀਜ਼ ਸੈਂਡ ਕਰਦਾ ਵਾ ਜੀ। ਤੇ ਜੇ ਮੈਂ ਇਸੇ ਸੈਂਟੈਂਸ ਨੂੰ ਕਹਤਾ ਹੀ ਰੋਹਿਤ ਇਜ਼ ਸੈਂਟ, ਇਹਦਾ ਮਤਲਬ ਕੋਈ ਸੋਹਿਤ ਨੂੰ ਕੋਈ ਨਾ ਕੋਈ ਚੀਜ਼ ਸੈਂਟ ਕਰਦਾ ਵਾ ਜੀ। ਤਾਂ ਇਹ ਇਹਨਾਂ ਦੋਨਾਂ ਦੇ ਵਿੱਚ ਫਰਕ ਆ ਜੀ। ਕੱਲਾ ਮੂਰਲਾ ਵਰਡ ਨਹੀਂ ਦੇਖਣਾ, ਅੱਗੇ ਵਾਲੀ ਜਾ ਕੇ ਸਟਰਕਚਰ ਦੇਖਣੀ, ਗ੍ਰਾਮੈਟੀਕਲ ਸਟਰਕਚਰ, ਉਹਦੇ ਤੋਂ ਡਿਸਾਈਡ ਹੁੰਦਾ ਵੀ ਇਹ ਐਕਟਿਵ ਆ ਕਿ ਪੈਸਿਵ ਆ। ਹੁਣ ਇਹਦੇ ਵਿੱਚ ਧਿਆਨ ਨਾਲ ਦੇਖਿਓ ਜੀ, ਇਹਦੇ ਵਿੱਚ ਸੇਮ ਸਟਰਕਚਰ ਜਿਹੜੀ ਇਹਦੇ ਚ ਉਦਾਂ ਤੁਹਾਨੂੰ ਜਿਹੜਾ ਹੁਣੀ ਆਪਾਂ ਫਾਰਮੇਸ਼ਨ ਕੀਤੀ ਹੈ ਜੀ ਕਿ ਇਹਦੇ ਵਿੱਚ ਆ ਇੱਕ ਹੈਲਪਿੰਗ ਵਰਬ ਲਿਖਿਆ, ਬਾਅਦ ਚੋਂ ਬੀਇੰਗ ਲਿਖਿਆ ਤੇ ਬਾਅਦ ਚੋਂ ਜੀ ਥਰਡ ਫਾਰਮ ਲਾਈ ਪਈ ਆ। ਤੇ ਜਦੋਂ ਤਿੰਨੇ ਆਹ ਜਗ੍ਹਾ ਤੋਂ ਬਾਅਦ ਚੋਂ ਤਿੰਨੇ ਚ ਕੋਈ ਹੈਲਪਿੰਗ ਵਰਬ ਬਾਅਦ ਚੋਂ ਬੀਇੰਗ ਲਾ ਦੇਣ, ਬਾਅਦ ਚੋਂ ਥਰਡ ਫਾਰਮ ਲਾ ਦੇਣ ਜੀ। ਦੇਖੋ ਬਾਏ ਇਹਨਾਂ ਨੇ ਵੀ ਨਹੀਂ ਲਾਇਆ, ਰੀਅਲ ਲਾਈਫ ਦੇ ਵਿੱਚ ਬਾਏ ਨਹੀਂ ਜੀ, ਉਹ ਆਪਾਂ ਨੂੰ ਸਕੂਲੇ ਸਿਰਫ ਰੂਲ ਰਟਾਇਆ ਜਾਂਦਾ ਹੁੰਦਾ ਸੀਗਾ ਬਈ ਸ਼ਾਇਦ ਤੁਸੀਂ ਰੀਅਲ ਲਾਈਫ ਵਿੱਚ ਏਦਾਂ ਦੀ ਚੀਜ਼ ਦੇਖੋਗੇ, ਬਟ ਰੀਅਲ ਲਾਈਫ ਵਿੱਚ ਨਹੀਂ ਉਹ ਚੀਜ਼ ਹੁੰਦੀ ਸੀ ਕਦੇ ਵੀ। ਤਾਂ ਆ ਤੁਹਾਡਾ ਇੱਥੇ ਆ ਟੈਂਸ, ਇਹ ਇੱਕ ਵੌਇਸ ਫਾਰਮੇਸ਼ਨ ਹੈ ਜੀ। ਪੇਰੈਂਟਸ ਇਨਕਰੇਜ ਕਿਸੇ ਨੂੰ ਨਹੀਂ ਕਰ ਰਹੇ ਪੀਪਲ, ਬਲਕਿ ਪੀਪਲ ਖੁਦ ਇਨਕਰੇਜ ਕੀਤੇ ਜਾਂਦੇ ਆ। ਕਿਹਨਾਂ ਦੇ ਦੁਆਰਾ? ਗਵਰਨਮੈਂਟ ਹੋਊਗੀ ਜਾਂ ਲੋਕਾਂ ਨੂੰ ਇਨਕਰੇਜ ਕਰ ਰਹੇ ਹੋਣਗੇ। ਤਾਂ ਹੁਣ ਦੂਸਰੀ ਲਾਈਨ ਨੂੰ ਪੜ੍ਹਿਓ ਜੀ ਧਿਆਨ ਨਾਲ। ਕਹਿੰਦੇ ਪੀਪਲ ਆਰ ਬੀਇੰਗ ਇਨਕਰੇਜਡ, ਲੋਕੀ ਕਹਿੰਦੇ ਜੀ ਇਨਕਰੇਜ ਕੀਤੇ ਜਾਂਦੇ ਆ ਕਾਹਦੇ ਵਾਸਤੇ? ਟੂ ਯੂਜ਼ ਅਲਟਰਨੇਟਿਵ એનર્ਜੀ ਸੋਰਸ ਨੂੰ ਯੂਜ਼ ਕਰਨ ਦੇ ਲਈ, ਜਿਵੇਂ ਕਿ ਵਿੰਡ એનર્ਜੀ ਹੋ ਗਈ ਜੀ, ਸੋਲਰ એનર્ਜੀ ਹੋ ਗਈ, ਹੋਰ ਵੀ ਕਈ ਹੈਗੀਆਂ ਜੀ। ਕਹਿੰਦੇ ਵਾਟਰ એનર્ਜੀ ਵੀ ਕਿਤੇ ਨਾ ਕਿਤੇ ਉਹ ਲਾ ਲੈਂਦੇ, ਪਾਣੀ ਦੇ ਵਿੱਚ ਵੀ ਕੋਈ ਨਾ ਕੋਈ ਉਹ ਚੱਕੀ ਚੱਲ ਪੈਂਦੀ ਆ, ਉਹਦੇ ਨਾਲ ਵੀ ਜਾਣੀ ਕਿ ਬਿਜਲੀ ਪੈਦਾ ਹੋ ਜਾਂਦੀ ਜਾਂ ਕੋਈ ਹੋਰ એનર્ਜੀ ਪੈਦਾ ਹੋ ਜਾਂਦੀ। ਡੂ ਯੂ ਥਿੰਕ ਦਿਸ ਇਜ਼ ਪੋਜ਼ਿਟਿਵ ਔਰ ਨੈਗੇਟਿਵ? ਤੁਹਾਨੂੰ ਕੀ ਲੱਗਦਾ ਜੀ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਆ? ਹੁਣ ਤੁਸੀਂ ਉਹਨਾਂ ਨੂੰ ਕਹਿ ਦੇਣਾ ਕਿ ਜੀ ਪੋਜ਼ਿਟਿਵ, ਕੋਈ ਤਾਂ ਇੱਕ ਤਾਂ ਪਾਸਾ ਤਾਂ ਚੂਜ਼ ਕਰੋਗੇ, ਜਾਂ ਤਾਂ ਕਹੋਗੇ ਬਿਲਕੁਲ ਜੀ ਮੈਂ ਮੰਨਦਾ ਕਿ ਜੀ ਇਹ ਪੋਜ਼ਿਟਿਵ ਆ, ਤੇ ਨਾਲ ਹੀ ਉਹਨਾਂ ਨੇ ਪੁੱਛ ਲਿਆ ਕਿ ਜੀ ਵਾਈ, ਯਾਨੀ ਕਿ ਤੁਸੀਂ ਆਪਣੇ ਪੋਜ਼ਿਟਿਵ ਵਾਲੇ ਪੁਆਇੰਟ ਨੂੰ ਹੀ ਹੁਣ ਪ੍ਰੂਵ ਕਰਨਾ ਆਪਣੇ ਹਿੱਸੇ ਦੇ ਵਿੱਚ ਜੀ। ਧਿਆਨ ਨਾਲ ਦੇਖਿਓ ਜੀ, ਤੁਹਾਡੇ ਤੋਂ ਉਹਨਾਂ ਨੇ ਕਿਹਾ ਜੀ ਤੁਸੀਂ ਕੀ ਸੋਚਦੇ ਹੋ ਵੀ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਆ? ਤੁਸੀਂ ਇਹਦੇ ਵਿੱਚੋਂ ਇੱਕ ਚੂਜ਼ ਕਰੋਗੇ, ਤੁਸੀਂ ਕਹੋਗੇ ਜੀ ਮੈਂ ਮੰਨਦਾ ਕਿ ਜੀ ਇਹ ਪੋਜ਼ਿਟਿਵ ਆ, ਨਾਲ ਹੀ ਪੁੱਛ ਲਿਆ ਵਾਈ, ਯਾਨੀ ਕਿ ਤੁਸੀਂ ਆਪਣੀ ਪੋਜ਼ਿਟਿਵ ਵਾਲੇ ਜਿਹੜੀਆਂ ਕਿਉਂ ਪੋਜ਼ਿਟਿਵ ਕਹਿ ਰਹੇ ਹੋ ਉਦੋਂ ਤੁਸੀਂ ਜੀ ਪ੍ਰੂਵ ਕਰ ਦੋਗੇ। ਬਸ ਇੱਕ ਪਹਿਲਾਂ ਸਾਈਡ ਲੈ ਲਓਗੇ, ਸਾਈਡ ਲੈ ਕੇ ਬਾਅਦ ਚ ਉਹਨੂੰ ਪ੍ਰੂਵ ਕਰਨ ਲੱਗ ਜਾਓਗੇ। ਤਾਂ ਮੈਨੂੰ ਪਹਿਲਾਂ ਯੈਸ ਔਰ ਨੋ ਦੱਸ ਦਿਓ ਕਿ ਉਹ ਵੌਇਸ ਫਾਰਮੇਸ਼ਨ ਵਾਲੀ ਚੀਜ਼ ਸਾਰਿਆਂ ਨੂੰ ਪਤਾ ਲੱਗ ਗਈ ਸੀ? ਵੌਇਸ ਫਾਰਮੇਸ਼ਨ ਵਾਲੀ, ਹਾਂਜੀ ਹਾਂਜੀ ਸਰ। ਹਾਂਜੀ ਸਰ। ਉਹ ਵੌਇਸ ਫਾਰਮੇਸ਼ਨ ਦੇ ਵਿੱਚ ਸਰ ਜਿਹੜੀ ਆਪਾਂ ਹਾਂਜੀ ਹਾਂਜੀ ਦੱਸੋ ਜੀ।
ਸਰ ਜਿਹੜੀ ਆਪਾਂ ਇਹ ਚ ਐਂਡ ਪੈਰਾਫ੍ਰੇਜ਼ਿੰਗ ਵਾਲੀ ਨੀਚੇ ਵਾਲੀ ਲਾਈਨ ਲਿਖੀ ਸੀ ਸਰ ਉਹਦੇ ਚ ਐਂਡ ਕਰਦੇ ਵੀ ਆਈ ਐਗਰੀ ਵਿਦ ਦਿਸ ਸਟੇਟਮੈਂਟ। ਉਹਨਾਂ ਨੇ ਐਗਰੀ ਤੇ ਡਿਸਐਗਰੀ ਤੇ ਕਰਾਏ ਨਹੀਂ ਆਪਾਂ ਨੂੰ ਜੀ, ਧਿਆਨ ਨਾਲ ਪੜੋ ਨਾ। ਉਹਨਾਂ ਨੇ ਪੁੱਛਿਆ ਵੀ ਨਹੀਂ ਇਹ ਨਹੀਂ ਐਗਰੀ ਪੋਜ਼ਿਟਿਵ ਤੇ ਹੈ ਕਿ ਕਿਵੇਂ ਸਰ, ਨੈਗੇਟਿਵ। ਜਿਵੇਂ ਆਪਾਂ ਇਹਨਾਂ ਲਿਖੀਏ ਨਹੀਂ ਲਿਖ ਸਕਦੇ Okay. ਐਗਰੀ, ਐਗਰੀ ਲਿਖਣਾ ਨਹੀਂ ਨਾ ਇਹਦੇ ਚ, ਓਕੇ ਸਮਝ ਗਏ ਨਾ। ਉਹਨਾਂ ਨੇ ਤੁਹਾਡੇ ਤੋਂ Okay. ਪੁੱਛਿਆ ਕਿ ਪੋਜ਼ਿਟਿਵ ਆ ਕਿ ਨੈਗੇਟਿਵ ਆ, ਤੁਸੀਂ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਵਿੱਚ ਹੀ ਆਨਸਰ ਦਿਓ ਨਾ। ਕਿਉਂਕਿ ਜੇ ਤੁਸੀਂ ਇਹਦੇ ਵਿੱਚ ਐਗਰੀ ਕਹਿਤਾ ਤਾਂ ਉਹ ਇੱਕ ਮੈਂਟੈਲਿਟੀ ਬਣ ਜਾਂਦੀ ਹੈ। ਤੁਹਾਡੇ ਤੋਂ ਸਵੇਰ ਨੂੰ ਪੁੱਛਣਗੇ ਐਡਵਾਂਟੇਜ ਤੇ ਡਿਸਐਡਵਾਂਟੇਜ ਦੱਸੋ ਜੀ, ਤੁਸੀਂ ਕਹੋਗੇ ਜੀ ਮੈਂ ਨਾਲ ਐਗਰੀ ਆ, ਹਾਲਾਂਕਿ ਉਹ ਤਾਂ ਜੋ ਆਪਣਾ ਟਾਸਕ ਹੀ ਕੁਝ ਹੋਰ ਆ, ਉਹ ਤੁਹਾਡੇ ਤੋਂ ਐਡਵਾਂਟੇਜ ਡਿਸਐਡਵਾਂਟੇਜ ਪੁੱਛ ਰਹੇ। ਤਾਂ ਉਹਨਾਂ ਨੂੰ ਦੇਖੋ ਵੀ ਉਹ ਕੀ ਪੁੱਛ ਰਹੇ ਆ ਜੀ। ਉਹਨਾਂ ਨੇ ਤੁਹਾਡੇ ਤੋਂ ਪੁੱਛਿਆ ਕਿ ਪੋਜ਼ਿਟਿਵ ਆ ਕਿ ਨੈਗੇਟਿਵ ਆ, ਕਲੀਅਰਲੀ ਦੱਸ ਦਿਓ ਕਿ ਜੀ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ ਜੀ। ਹੁਣ ਨਾਲ ਹੀ ਦੱਸਿਓ ਕਿ ਜੀ ਮੈਂ ਇਹ ਕਿਉਂ ਮੰਨਦਾ ਵਾਂ ਜਾਂ ਮੈਂ ਕਿਉਂ ਮੰਨਦੀ ਆ। ਮੈਂ ਤੁਹਾਨੂੰ ਇਹ ਜਾਨੀ ਕਿ ਬਰੀਫਲੀ ਜਿਹੜੇ ਅਪਕਮਿੰਗ ਪੈਰਾਗ੍ਰਾਫ ਆ ਉਹਦੇ ਵਿੱਚ ਸਮਝਾਉਂਗੀ। ਤੇ ਰੀਜ਼ਨ ਹੁਣ ਤੁਹਾਡੀ ਮਰਜ਼ੀ ਹੈ, ਤੁਸੀਂ 2 ਸੋਚਣੇ ਆ 2 BP ਬਣ ਜਾਣਗੇ, 3 ਸੋਚਣੇ ਆ 3 BP ਬਣ ਜਾਣਗੇ, ਜੇ 4 ਸੋਚਣੇ ਆ ਫਿਰ 2 BP ਬਣ ਜਾਣਗੇ। ਇੱਕ ਸਿੰਗਲ BP ਚ 2 ਪੁਆਇੰਟ, ਦੂਜੇ BP ਚ ਵੀ 2 ਪੁਆਇੰਟ। ਇਹ ਚੀਜ਼ ਦਾ ਧਿਆਨ ਰੱਖਣਾ ਜੀ। ਤੇ ਜਿਹੜਾ ਮੈਂ ਵੌਇਸ ਫਾਰਮੇਸ਼ਨ ਕਹੀ ਸੀਗੀ, ਉਹਨੂੰ ਕਈ ਸਟੂਡੈਂਟ ਕਈ ਵਾਰੀ ਧੱਕੇ ਨਾਲ ਲਾ ਦਿੰਦੇ ਆ, ਉਹਨੂੰ ਧੱਕੇ ਨਾਲ ਨਹੀਂ ਲਾਉਣਾ ਜੀ। ਉਹ ਜੇ ਵੌਇਸ ਯੂਜ਼ ਵਧੀਆ ਤਰੀਕੇ ਨਾਲ ਹੋ ਜੇ ਤਾਂ ਉਹ ਬੜੀ ਸਕੋਰਿੰਗ ਚੀਜ਼ ਹੁੰਦੀ ਹੈ ਜੀ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਵਾਂ ਉਹਦੀ, ਜਿਵੇਂ ਮੰਨ ਕੇ ਚੱਲੋ ਤੁਸੀਂ ਕਹਿ ਦੋ ਜੀ, ਤੁਸੀਂ ਕਹਿ ਦੋ ਕਿ with the help of CCTV cameras, with the help of CCTV cameras, ਕਿਉਂਕਿ ਮੈਂ ਵਿਦ ਤੋਂ ਸਟਾਰਟ ਕੀਤਾ ਹੈ, ਮੇਰੀ ਪ੍ਰੈਪੋਜੀਸ਼ਨ ਆ, ਮੈਨੂੰ ਗਾਂ ਜਾ ਕੇ ਕੌਮਾ ਲਾਉਣਾ ਪੈਣਾ ਜੀ। ਆਹ ਚੀਜ਼ਾਂ ਤੁਹਾਡੇ ਚੋਂ ਕਈ ਬੱਚੇ ਹਾਲੇ ਤੱਕ ਵੀ ਨਹੀਂ ਫੋਲੋ ਕਰ ਰਹੇ ਜੀ। ਹਾਲਾਂਕਿ ਇਹ ਚੀਜ਼ਾਂ ਬੜੇ ਨਿੱਕੇ ਜਿਹੇ ਲੈਵਲ ਦੀਆਂ, ਤੇ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਜੇ ਤੁਹਾਡੀ ਪੰਕਚੁਏਸ਼ਨ ਗਲਤ ਆ ਤਾਂ ਤੁਹਾਡੇ ਮਾਰਕਸ ਕੱਟੇ ਜਾਣੇ ਜੀ, GRA ਚ ਪੈਨਲਟੀ ਪੈ ਜਾਂਦੀ ਹੁੰਦੀ। ਤਾਂ ਮੈਂ ਵਿਦ ਤੋਂ ਸਟਾਰਟ ਕੀਤਾ ਜੀ, ਤਾਂ ਮੈਂ ਇੱਥੇ ਨੂੰ ਕੌਮਾ ਲਾਤਾ, ਕਿਉਂ? ਕਿਉਂਕਿ ਇੱਥੇ ਇੱਕ ਨਵਾਂ ਸਬਜੈਕਟ ਸ਼ੁਰੂ ਹੋਣਾ ਸੀਗਾ ਜੀ, ਇੱਥੇ ਉਹ ਨਵਾਂ ਸਬਜੈਕਟ ਰੱਖੂੰਗਾ ਮੈਂ। ਧਿਆਨ ਨਾਲ ਦੇਖਿਓ ਜੀ, ਕਹਿੰਦੇ ਵਿਦ ਦਾ ਹੈਲਪ ਆਫ CCTV ਕੈਮਰਾਸ, CCTV ਕੈਮਰਾਸ ਦੀ ਹੈਲਪ ਨਾਲ। ਤਾਂ ਮੈਂ ਇੱਥੇ ਕਹਤਾ ਜੀ a lot of ਹਾਂਜੀ offenders ਜਾਂ criminals ਕਹਿ ਦੋ, ਜੋ ਮਰਜ਼ੀ ਕਹਿ ਦੋ ਜੀ, a lot of offenders। ਹੁਣ ਮੰਨ ਕੇ ਚੱਲੋ ਜਿਹੜੇ ਬੱਚੇ ਨੂੰ ਇਹ ਚੀਜ਼ ਨਹੀਂ ਸਿੱਖੀ, ਉਹਨੇ ਇੱਥੇ ਕੀ ਕਹਿਣਾ, a lot of offenders are catching। ਹੁਣ ਐਕਚੁਅਲ ਦੇ ਵਿੱਚ ਜਦੋਂ ਤੁਸੀਂ ਇੱਥੇ ਕਹਤਾ ਜੀ offenders, ਤੇ ਗਾਂ ਜਾ ਕੇ ਇਹਨੂੰ ਤੁਸੀਂ ਬਣਾਤਾ ਜੀ ਆ ਹੈਲਪਿੰਗ ਵਰਬ ਤੋਂ ਬਾਅਦ ਚੋਂ ING ਲਾਤੀ, ਇਹ ਪ੍ਰੈਜ਼ੈਂਟ ਕੰਟੀਨਿਊ ਬਣ ਗਿਆ ਜੀ। ਇੱਥੇ ਹੁਣ ਡੂਅਰ ਦੇ ਤੌਰ ਤੇ ਕੰਮ ਕਰ ਰਹੇ ਆ। ਇੱਥੇ ਇਹਦੀ ਪੰਜਾਬੀ ਕੀ ਨਿਕਲਦੀ ਆ ਕਿ CCTV ਕੈਮਰਾ ਦੀ ਹੈਲਪ ਨਾਲ ਜਿਹੜੇ offenders ਆ ਜੀ, ਉਹ ਫੜਦੇ ਆ, ਖੁਦ ਨਹੀਂ ਫੜੇ ਜਾਂਦੇ, ਬਲਕਿ ਉਹ ਕਿਸੇ ਨੂੰ ਫੜਦੇ ਆ। ਦੇਖੋ ਇਹ ਤਾਂ ਸੈਂਸ ਉਲਟੀ ਨਿਕਲਦੀ ਪਈ ਆ। ਜੋ ਬੱਚਾ ਆਪਦੇ ਬ੍ਰੇਨ 'ਚ ਸੋਚ ਰਿਹਾ ਵਾ ਤੇ ਜੋ ਉਹ ਲਿਖ ਰਿਹਾ ਵਾ, ਉਹਦੇ ਵਿੱਚ ਫਰਕ ਪੈ ਰਿਹਾ ਵਾ। ਲਿਖਣਾ ਏਦਾਂ ਚਾਹੁੰਦਾ ਸੀਗਾ ਕਿ CCTV ਕੈਮਰਾ ਦੀ ਹੈਲਪ ਨਾਲ offenders ਫੜੇ ਜਾਂਦੇ ਆ ਜੀ, ਫੜੇ ਜਾ ਰਹੇ ਆ ਬਈ, ਏਦਾਂ ਹੁਣ ਦੇ ਸਮੇਂ 'ਚ ਹੋ ਰਿਹਾ ਵਾ, ਇਹ ਕੰਮ ਕੰਟੀਨਿਊ ਆ। ਤਾਂ ਉਹ ਇੱਥੇ ਕੀ ਲਿਖੂਗਾ ਜੀ, a lot of offenders are being caught। ਇਹਦਾ ਮਤਲਬ ਉਹ ਨਿਕਲਿਆ ਕਿ ਜੀ ਇਹਨਾਂ ਨੂੰ ਕੋਈ ਫੜ ਰਿਹਾ ਵਾ। ਪਹਿਲਾਂ ਵਾਲ ਦਾ ਮਤਲਬ ਸੀ ਇਹ ਖੁਦ ਕਿਸੇ ਨੂੰ ਫੜੀ ਜਾਂਦੇ ਆ ਜੀ। ਤੇ ਗਾਂ ਜਾ ਕੇ ਤੁਸੀਂ ਇਹਦਾ ਲਿਖ ਦੇਣਾ ਸੀ, ਯਾਨੀ ਕਿ ਬਾਏ ਪੁਲਿਸ ਜੀ, ਜਿਹੜੀ ਮੈਂ ਪਹਿਲਾਂ ਵਾਲੀ ਸਟਰਕਚਰ ਕਹਿ ਰਿਹਾ ਜੀ। ਤਾਂ ਹੁਣ ਇਹਦੇ ਵਿੱਚ ਦੇਖਿਓ, ਇਹਦੇ ਵਿੱਚ ਹੁਣ ਸਭ ਤੋਂ ਵੱਡਾ ਚੱਕਰ ਪੈਂਦਾ, ਤੁਸੀਂ ਇਹਨੂੰ ਸਟਾਰਟਿੰਗ ਚੋਂ ਤਾਂ ਡੂਅਰ ਕਹਿ ਰਹੇ ਹੋ, a lot of offenders, ਜ਼ਿਆਦਾਤਰ ਜਿਹੜੇ ਚੋਰ ਆ ਜੀ, are catching, ਚੋਰ ਫੜ ਰਹੇ ਆ ਜੀ ਖੁਦ। ਇੱਥੇ ਲਾਤਾ ਜੀ ਬਾਏ ਪੀਪਲ ਚੱਕ ਕੇ ਜੀ। ਹੁਣ ਮੈਂ ਤੁਹਾਨੂੰ ਕਹਿ ਦਵਾਂ ਜੀ, ਇਹਦੀ ਜਿਹੜੀ ਸਟਾਰਟਿੰਗ ਆ ਉਹ ਹੈਗੀ ਆ ਟੈਂਸ ਫਾਰਮੇਸ਼ਨ, ਕਿ ਚੋਰ ਕਿਸੇ ਨੂੰ ਫੜ ਰਹੇ ਆ। ਪਿੱਛੇ ਵਾਲੇ 2 ਵਰਡ ਲਿਖੀ ਜਾਂਦੇ ਹੋ ਜੀ ਤੁਸੀਂ ਵੌਇਸ ਫਾਰਮੇਸ਼ਨ ਦੇ ਵਿੱਚ, ਨਾ ਹੀ ਤਾਂ ਇਹ ਕੰਪਲੀਟ ਟੈਂਸ ਆ ਤੇ ਨਾ ਹੀ ਇਹ ਕੰਪਲੀਟ ਵੌਇਸ ਆ ਜੀ। ਉਹ ਜਿਵੇਂ ਆਪਣੇ ਕਹਾਣੀ ਹੁੰਦੀ ਸੀ ਵੀ ਇੱਕ ਪਰਸਨ ਆ, ਉਹਦੇ ਜਿਹੜੀ ਉਹਦੇ ਜਾਣੀ ਕਿ ਨੀਚੇ ਵਾਲਾ ਸਾਰਾ ਪਾਰਟ ਆ ਧੌਣ ਤੋਂ, ਉਹ ਇੱਕ ਜਾਨਵਰ ਦਾ ਵਾ, ਉੱਪਰ ਉਹ ਮਨੁੱਖ ਦਾ ਵਾ, ਪਰਸਨ ਦਾ,
ਤਾਂ ਲਾਉਣ ਦੇ ਸ਼ੇਰ ਦਾ ਮੂੰਹ ਲੱਗਿਆ ਹੋਇਆ ਜੀ, ਹੈ ਦੋਨਾਂ ਵਿੱਚੋਂ ਕੁਝ ਵੀ ਨਹੀਂ। ਸਟਾਰਟਿੰਗ 'ਚ ਤੁਸੀਂ ਟੈਂਸ ਲਿਖੀ ਜਾਂਦੇ ਹੋ, ਲਾਸਟ ਉੱਪਰ ਜਾ ਕੇ ਵੌਇਸ ਦਾ ਭੁਲੇਖਾ ਪੈ ਰਿਹਾ। ਨਾ ਹੀ ਇਹ ਕੰਪਲੀਟਲੀ ਵੌਇਸ ਆ, ਨਾ ਹੀ ਇਹ ਟੈਂਸ ਆ, ਫਾਰਮੇਸ਼ਨ ਸਾਰੀ ਹੋਈ ਗਲਤ ਹੈ ਜੀ। ਇਹਨੇ ਸਹੀ ਕਿਵੇਂ ਹੋਣਾ ਸੀਗਾ, ਜਦੋਂ ਤੁਸੀਂ ਇੱਥੇ ਕਹਿਣਾ ਸੀਗਾ ਆਰ ਬੀਇੰਗ ਕੌਟ, ਆਰ ਬੀਇੰਗ ਕੌਟ, ਆਹ ਵਾਲੀ ਇਹ ਤੁਹਾਡੀ ਸੈਂਟੈਂਸ ਫਾਰਮੇਸ਼ਨ ਸੀਗੀ। ਮੈਨੂੰ ਯੈਸ ਔਰ ਨੋ ਦੱਸ ਦਿਓ ਜੀ, ਇਹ ਤੁਹਾਨੂੰ ਚੀਜ਼ ਪਤਾ ਲੱਗ ਗਈ ਸਾਰਿਆਂ ਨੂੰ? ਇਹ ਕਿਹੜੀ ਟਾਸਕ ਟੂ ਦੇ ਵਿੱਚ ਯੂਜ਼ ਹੋਣ ਵਾਲੀ ਚੀਜ਼ ਹੈ ਜੀ, ਕਲੀਅਰ ਹੈ ਜੀ ਸਾਰਿਆਂ ਨੂੰ? Yes, sir. ਹਾਂਜੀ ਸਰ। ਯੈਸ ਸਰ। ਓਕੇ ਜੀ, ਤਾਂ ਹੁਣ ਆਪਾਂ ਚੱਲਦੇ ਜੀ ਆਪਣੇ ਟਾਸਕ ਉੱਪਰ। ਹੁਣ ਆਪਾਂ ਟਾਸਕ ਨੂੰ ਡਿਸਕਸ ਕਰਦੇ ਹਾਂ ਜੀ। ਹਾਂਜੀ ਠੀਕ ਹੈ ਜੀ, ਤਾਂ ਫੋਸਿਲ ਫਿਊਲ ਹੋ ਗਏ ਜੀ। ਫੋਸਿਲ ਫਿਊਲ ਕਹਿੰਦੇ ਮੇਨ ਸੋਰਸ ਆ, ਪਰ ਲੋਕੀ ਐਨਕਰੇਜ ਕੀਤੇ ਜਾ ਰਹੇ ਆ ਜਿਵੇਂ ਅਲਟਰਨੇਟਿਵ। ਅਲਟਰਨੇਟਿਵ ਦਾ ਮਤਲਬ ਕੀ ਹੋ ਗਿਆ ਜੀ? ਅਲਟਰਨੇਟਿਵ ਦਾ ਮਤਲਬ ਹੁੰਦਾ ਹੋਰ ਚੀਜ਼ਾਂ ਜੀ, ਹੋਰ ਰਾਸਤੇ। ਠੀਕ ਹੈ ਜੀ, ਮੰਨ ਕੇ ਤੁਸੀਂ ਟਾਸਕ 2 ਦੇ ਵਿੱਚ ਕਹਿਣਾ ਹੋਵੇ, ਤੁਸੀਂ ਮੰਨ ਕੇ ਚਲੋ ਇੱਕ ਸੋਲਿਊਸ਼ਨ ਦੱਸਿਆ ਪਿਆ ਜੀ ਹੁੰਦਾ ਸਟੇਟਮੈਂਟ ਦਾ, ਕਿ ਜੀ ਕੁਝ ਲੋਕੀ ਮੰਨਦੇ ਕਿ ਡੈਥ ਪੈਨਲਟੀ ਬੈਸਟ ਸੋਲਿਊਸ਼ਨ ਹੈ ਜੀ, ਤੁਸੀਂ ਐਗਰੀ ਹੋ ਕਿ ਡਿਸਐਗਰੀ? ਤੁਸੀਂ ਕਿਹਾ ਜੀ ਮੈਂ ਡਿਸਐਗਰੀ ਹਾਂ, ਤੁਸੀਂ ਕਹਿ ਰਹੇ ਹੋ ਮੈਨੂੰ ਲੱਗਦਾ ਕਿ ਨਹੀਂ ਜੀ ਇਹ ਬੈਸਟ ਨਹੀਂ, ਹੋਰ ਵੀ ਬੈਸਟ ਸੋਰਸ ਹੈਗੇ ਆ ਜਿਹੜੇ ਮੈਂ ਆਪਣੇ ਪੈਰੇ ਵਿੱਚ ਦੱਸੂਗਾ ਜਿਹੜੇ ਇਹ ਤੋਂ ਵੀ ਬੈਸਟ ਆ। ਤਾਂ ਉੱਥੇ ਤੁਸੀਂ ਇਹ ਵਰਡ ਲਿਖ ਸਕਦੇ ਹੋ ਜੀ ਕਿ ਮੇਰਾ ਮੰਨਣਾ ਕਿ ਤੇ ਹੋਰ ਵੀ ਅਲਟਰਨੇਟਿਵ ਸੋਰਸ ਆ, ਉੱਥੇ ਵਰਡ ਯੂਜ਼ ਹੋ ਸਕਦਾ ਜੀ ਅਲਟਰਨੇਟਿਵ ਸੋਰਸ। ਅਲਟਰਨੇਟਿਵ ਦਾ ਮਤਲਬ ਹੋਰ, ਵਿੰਡ એનર્ਜੀ ਹੋ ਗਈ, ਸੋਲਰ એનર્ਜੀ ਹੋ ਗਈ ਜੀ। ਤਾਂ ਕਹਿੰਦੇ ਜੀ ਇਹ ਪੋਜ਼ਿਟਿਵ ਆ ਕਿ ਨੈਗੇਟਿਵ ਆ ਤੇ ਕਿਉਂ? ਤਾਂ ਇੱਥੇ ਹੁਣ ਆਪਾਂ ਇਹਦੇ ਪੁਆਇੰਟ ਸੋਚਦੇ ਹਾਂ ਜੀ। ਵੈਸੇ ਇਹਦੇ ਪੋਜ਼ਿਟਿਵ ਜਾਣ 'ਚ ਫਾਇਦਾ ਜੀ, ਫੋਸਿਲ ਫਿਊਲ ਮੇਨ ਆ, ਪਰ ਲੋਕੀ ਇਨਕਰੇਜ ਕੀਤੇ ਜਾ ਰਹੇ ਆ ਅੱਜ ਕੱਲ ਆਹ ਵਾਲੇ ਸੋਰਸ ਨੂੰ ਯੂਜ਼ ਕਰਨ ਦੇ ਲਈ ਜੀ। ਹੋਰ ਵੀ ਹੈ ਇਹਦੇ ਵਿੱਚ, ਪੋਜ਼ਿਟਿਵ ਆ ਕਿ ਨੈਗੇਟਿਵ ਆ ਜੀ? ਨੈਚੁਰਲ ਜੀ ਗੱਲ ਤੁਸੀਂ ਕਹੋਗੇ ਜੀ ਇਹ ਪੋਜ਼ਿਟਿਵ ਆ, ਵੀ ਲੋਕੀ ਇਨਕਰੇਜ ਕੀਤੇ ਜਾ ਰਹੇ ਆਹ ਵਾਲੇ ਸੋਰਸ ਯੂਜ਼ ਕਰਨ ਦੇ ਲਈ, ਇਹ ਚੀਜ਼ ਪੋਜ਼ਿਟਿਵ ਆ ਜੀ। ਕਿਉਂ ਪੋਜ਼ਿਟਿਵ ਆ ਤੁਸੀਂ ਉਹਨਾਂ ਨੂੰ ਪ੍ਰੂਵ ਕਰ ਦੋਗੇ ਜੀ ਕਿ ਕਿਉਂ ਮੈਂ ਕਹਿ ਰਿਹਾ ਵੀ ਆਹ ਵਾਲੀਆਂ ਚੀਜ਼ਾਂ ਜੇ ਉਹਨਾਂ ਨੂੰ ਲੋਕੀ ਕਹਿ ਰਹੇ ਆ ਜਾਂ ਉਹ ਇਨਕਰੇਜ ਹੋ ਰਹੇ ਆ ਯੂਜ਼ ਕਰਨ ਤੇ, ਤਾਂ ਇੱਕ ਚੰਗੀ ਗੱਲ ਹੀ ਹੈ ਜੀ। ਤਾਂ ਉਹ ਤੁਸੀਂ ਹੁਣ ਆਪਣੇ, ਮੈਂ ਤੁਹਾਨੂੰ ਚਾਹੁੰਦਾ ਕਿ ਤੁਸੀਂ ਜੇ 2 ਪੁਆਇੰਟ ਸੋਚ ਲਓ ਤੁਹਾਡੇ 2 BP ਬਣਨਗੇ, ਜੇ ਤੁਸੀਂ 3 ਪੁਆਇੰਟ ਸੋਚ ਲਓ ਤੁਸੀਂ 3 BP ਬਣਾ ਸਕਦੇ ਹੋ। ਇਹਦੇ ਵਿੱਚ ਇਹਦੀ ਜਿਹੜੇ BP ਡਿਜ਼ਾਈਨ ਕਰਨੇ ਹੁੰਦੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੀ। ਤੁਹਾਡੇ ਕੋਲ 2 ਪੁਆਇੰਟ ਆ, ਤੁਸੀਂ 2 BP ਬਣਾ ਸਕਦੇ ਹੋ। ਪਹਿਲਾ ਪੁਆਇੰਟ ਪਹਿਲੇ BP 'ਚ, ਦੂਸਰਾ ਪੁਆਇੰਟ ਦੂਸਰੇ BP 'ਚ। ਹੁਣ ਤੁਹਾਡੇ ਕੋਲ 3 BP ਆ ਤਾਂ 2 ਸਟਰਕਚਰਾਂ ਪੋਸੀਬਲ ਆ ਜੀ। ਇੱਕ ਹੁਣ ਸਟੂਡੈਂਟ ਕਹੂਗਾ ਕਿ ਸਰ ਜੇ ਮੈਂ ਕੱਲੇ ਪੁਆਇੰਟ ਨੂੰ ਕੱਲੇ BP ਵਿੱਚ ਐਕਸਪਲੇਨ ਕਰਦਾ ਤਾਂ ਇਹ ਵੀ ਵੈਲ ਐਂਡ ਗੁੱਡ ਹੈ ਜੀ। ਕਈ ਬੱਚੇ ਕਹਿ ਰਹੇ ਕਿ ਸਰ ਮੈਂ ਇੱਕ BP ਦੇ ਵਿੱਚ 2 ਪੁਆਇੰਟ ਦੱਸ ਦਿੰਦਾ ਵਾ ਤੇ ਤੀਸਰਾ ਪੁਆਇੰਟ ਮੈਂ ਇੱਕ ਵੱਖਰੇ BP ਵਿੱਚ ਦੱਸ ਦੂੰਗਾ, ਇਹ ਵੀ ਇੱਕ ਬੈਸਟ ਤਰੀਕਾ ਹੈ ਜੀ। ਇਹ ਦੋਨੇ ਤਰੀਕੇ ਵਧੀਆ ਜੀ, ਇਹਨਾਂ ਵਿੱਚੋਂ ਕੋਈ ਤਰੀਕਾ ਗਲਤ ਨਹੀਂ ਹੈ, ਜਿੱਦਾਂ ਮਰਜ਼ੀ ਕਰੋ ਤੁਸੀਂ, ਭਾਵੇਂ ਕੱਲੇ ਦਾ ਬਣਾਓ ਤੇ ਭਾਵੇਂ ਪਹਿਲੇ ਇੱਕ BP 'ਚ 2 ਪੁਆਇੰਟ ਦੱਸ ਦਿਓ। ਤੇ ਜੇ ਤੁਹਾਡੇ ਕੋਲੇ ਪੁਆਇੰਟ ਹੀ 2 ਆਏ ਫਿਰ ਤਾਂ ਕੋਈ ਰੌਲਾ ਹੀ ਨਹੀਂ ਗਾ ਜੀ, ਫਿਰ ਪਹਿਲੇ BP 'ਚ ਪਹਿਲਾ ਪੁਆਇੰਟ, ਦੂਸਰੇ BP 'ਚ ਦੂਸਰਾ ਪੁਆਇੰਟ। ਤਾਂ ਇਹ ਡਿਪੈਂਡ ਕਰਦਾ ਵੀ ਏਦਾਂ ਦਾ ਐਸੇ ਜਿਹੜਾ ਹੈਗਾ ਵਾ ਫਾਈਨਲ ਦੇ ਵਿੱਚ ਪੁਆਇੰਟ ਤੁਹਾਡੇ ਮਾਈਂਡ 'ਚ ਕਿੰਨੇ ਸਟਰਾਈਕ ਹੋ ਰਹੇ ਆ, ਉਹ ਪੁਆਇੰਟ ਦੇ ਬੇਸਿਸ ਤੇ ਤੁਸੀਂ ਦੇਖੋਗੇ ਕਿ ਮੈਨੂੰ BP ਕਿੰਨੇ ਬਣਾਉਣੇ ਚਾਹੀਦੇ ਆ ਜੀ। ਹੁਣ ਜੇ ਆਪਾਂ ਨੋਰਮਲੀ ਕਹੀਏ ਕਿ ਜੀ ਇੱਕ ਪੋਜ਼ਿਟਿਵ ਚੀਜ਼ ਹੈ ਜੀ, ਪੋਜ਼ਿਟਿਵ ਕਿਉਂ ਆ ਜੀ, ਕਿਉਂ ਆਪਾਂ ਮੰਨਦੇ ਕਿ ਜੀ ਇਹ ਪੋਜ਼ਿਟਿਵ ਹਾਂਜੀ ਚੀਜ਼ ਹੈ? ਤਾਂ ਦੇਖੋ ਨੈਚੁਰਲ ਜੀ ਗੱਲ ਹੈ ਜੀ, ਆਪਾਂ ਕਹਾਂਗੇ ਜੀ ਪਹਿਲੇ ਨੰਬਰ ਤੇ ਤਾਂ ਜਿਹੜੇ ਹੋਰ ਸੋਰਸ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ ਇਹ ਰੀਨਿਊਏਬਲ ਹੁੰਦੇ ਆ ਜੀ, ਰੀਨਿਊਏਬਲ ਸੋਰਸ। ਹਾਲਾਂਕਿ ਜਿਹੜੇ ਫੋਸਿਲ ਫਿਊਲ ਵਗੈਰਾ ਹੈਗੇ ਆ, ਕੋਲਾ, ਪੈਟਰੋਲੀਅਮ, ਇਹ ਨੌਨ ਰੀਨਿਊਏਬਲ ਹੁੰਦੇ ਆ ਜੀ। ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਜੀ, ਨੌਨ ਰੀਨਿਊਏਬਲ। ਰੀਨਿਊਏਬਲ ਸੋਰਸ ਕਿਹੜੇ ਹੁੰਦੇ ਆ? ਜਿਹੜੇ ਦੁਬਾਰਾ ਪੈਦਾ ਕੀਤੇ ਜਾ ਸਕਦੇ ਆ ਜੀ, ਜਿਹੜੇ ਮੁੱਕਦੇ ਨਹੀਂ, ਦੁਬਾਰਾ ਇਹ ਪੈਦਾ ਹੁੰਦੇ ਰਹਿੰਦੇ ਜੀ। ਨੌਨ ਰੀਨਿਊਏਬਲ ਕਿਹੜੇ ਹੁੰਦੇ ਆ? ਜਿਹੜੇ ਖਤਮ ਹੋ ਸਕਦੇ ਆ ਜੀ, ਜਿਹੜੇ ਜ਼ਰੂਰੀ ਨਹੀਂ ਵੀ ਦੁਬਾਰਾ ਪੈਦਾ ਕੀਤੇ ਜਾਣ। ਹੁਣ ਤੁਸੀਂ ਕਹੋ ਜੀ ਸੋਲਰ એનર્ਜੀ ਆ, ਇਹ ਤਾਂ ਭਾਵੇਂ ਡੇਲੀ ਬੇਸਿਸ ਤੇ ਪ੍ਰੋਡਿਊਸ ਕਰੀ ਚੱਲੋ ਜੀ, ਸੂਰਜ ਤਾਂ ਰੋਜ਼ ਹੀ ਚੜੂਗਾ ਨਾ। ਜਾਂ ਵਿੰਡ એનર્ਜੀ ਆ, ਰੋਜ਼ ਆਪਾਂ ਪੈਦਾ ਕਰੀ ਚੱਲੀਏ, ਕੋਈ ਚੱਕਰ ਨਹੀਂ ਇਹਦੇ ਵਿੱਚ। ਦੂਸਰੇ ਪਾਸੇ ਜੀ ਤੁਸੀਂ ਕਹੋ ਕੋਲ ਹੋ ਗਿਆ, ਪੈਟਰੋਲੀਅਮ ਹੋ ਗਿਆ, ਇਹ ਸਾਲੇ ਨੌਨ ਰੀਨਿਊਏਬਲ ਹੈ ਜੀ। ਇਹ ਜੇ ਇੱਕ ਵਾਰੀ ਖਤਮ ਹੋ ਗਏ ਤਾਂ ਇਹਨਾਂ ਨੂੰ ਹਜ਼ਾਰਾਂ ਸਾਲ ਲੱਗ ਜਾਣੇ। ਆਪਾਂ ਆਪਦੀ ਸਾਇੰਸ ਦੀ ਬੁੱਕਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਕੋਲ ਐਂਡ ਪੈਟਰੋਲੀਅਮ ਟੇਕ ਥਾਊਜ਼ੈਂਡਸ ਆਫ ਈਅਰ ਟੂ ਪ੍ਰੋਡਿਊਸ, ਵੀ ਪ੍ਰੋਡਿਊਸ ਹੋਣ ਦੇ ਲਈ ਇਹ ਕੀ ਕਹਿੰਦੇ, ਇਹ ਹਜ਼ਾਰਾਂ ਸਾਲ ਲੈਂਦੇ ਆ ਜੀ। ਠੀਕ ਹੈ ਜੀ, ਤਾਂ ਤੁਸੀਂ ਇਹ ਚੀਜ਼ ਨੂੰ ਲਿਖ ਸਕਦੇ ਹੋ ਜੀ। ਤਾਂ ਪਹਿਲਾ ਪੁਆਇੰਟ ਕਿਹੜਾ ਨਿਕਲਿਆ ਜੀ? ਇਹ ਰੀਨਿਊਏਬਲ ਸੋਰਸਸ ਹੁੰਦੇ ਆ ਜੀ। ਵਿੰਡ એનર્ਜੀ ਹੋ ਗਈ, ਸੋਲਰ એનર્ਜੀ ਹੋ ਗਈ। ਤੁਸੀਂ ਕੋ ਦੇਖੋ ਜੀ
ਇਹਨਾਂ ਦੀ ਕਦੇ ਵੀ ਆਪਾਂ ਨੂੰ ਜਾਣੀ ਕਿ ਸਕਾਰਸਿਟੀ ਨਹੀਂ ਹੋ ਸਕਦੀ। ਸਕਾਰਸਿਟੀ ਇੱਕ ਵਰਡ ਬੋਲਿਆ ਸੀ ਇੱਕ ਦਿਨ, ਘਾਟ, ਲੈਕ ਕਹਿ ਦਿੰਦੇ ਆਪਾਂ ਜਿਹਨੂੰ ਜੀ। ਨਾਲ ਕੰਪੇਅਰ ਕਰੋਗੇ ਨਾ ਤੁਸੀਂ ਪੋਜ਼ਿਟਿਵ ਹੋ, ਤੁਸੀਂ ਪ੍ਰੂਵ ਕਰ ਰਹੇ ਹੋ। ਤੁਸੀਂ ਕੋਈ ਦੇਖੋ ਪਹਿਲਾ ਰੀਜ਼ਨ ਹੈ ਕਿ ਰੀਨਿਊਏਬਲ ਸੋਰਸਸ ਆ ਜੀ, ਇਹ ਕਦੇ ਵੀ ਮੁੱਕ ਨਹੀਂ ਸਕਦੇ, ਆਪਾਂ ਚਾਹੀਏ ਇਹਨਾਂ ਨੂੰ ਡੇਲੀ ਬੇਸਿਸ ਤੇ ਪੈਦਾ ਕਰ ਸਕਦੇ ਹਾਂ। ਜੇ ਆਪਾਂ ਫੋਜ਼ਲ ਫਿਊਲ ਦੀ ਗੱਲ ਕਰੀਏ, ਕੋਲ ਤੇ ਪੈਟਰੋਲੀਅਮ, ਤੁਸੀਂ ਕਹੋ ਜੀ ਹਜ਼ਾਰਾਂ ਸਾਲਾਂ ਦੇ ਬਾਅਦ ਬਣਦੇ ਆ ਤੇ ਇਹ ਨੌਨ ਰੀਨਿਊਏਬਲ ਹੈ ਜੀ। ਇਹ ਇੱਕ ਵਾਰੀ ਖਤਮ ਹੋ ਗਏ ਤਾਂ ਬਾਅਦ ਚੋਂ ਛੇਤੀ ਇਹ ਪੈਦਾ ਹੋਣ ਦੀ ਸੰਭਾਵਨਾ ਹੈ ਨਹੀਂ ਜੀ ਇਹਨਾਂ ਦੀ। ਤਾਂ ਕਰਕੇ ਪਹਿਲਾ ਤੁਹਾਡਾ ਇਹ ਤੁਹਾਡਾ ਹੈਗਾ ਜੀ। ਫੋਰ ਐਗਜ਼ਾਮਪਲ ਇਹਨੂੰ ਕੁਝ ਵੀ ਕਹਿ ਸਕਦੇ ਹੋ ਜੀ। ਫੋਰ ਐਗਜ਼ਾਮਪਲ ਤੁਸੀਂ ਕੋਈ ਫੋਰ ਐਗਜ਼ਾਮਪਲ ਸੋਲਰ ਪੈਨਲ ਦੀ ਹੈਲਪ ਨਾਲ ਆਪਾਂ ਡੇਲੀ ਬੇਸਿਸ ਜਾਨੀ ਕਿ ਬੇਸਿਸ ਤੇ ਬਿਜਲੀ ਵਗੈਰਾ ਉਹ ਚੀਜ਼ ਪੈਦਾ ਕਰ ਸਕਦੇ ਆ ਜੀ ਆਪਾਂ ਨੌਨ ਸਟਾਪ ਡੇਲੀ ਜੀ। ਤੇ ਜਿੰਨਾ ਟਾਈਮ ਆਪਾਂ ਮਰਜ਼ੀ ਕਰੀ ਚੱਲੀਏ ਜਿੰਨਾ ਚਿਰ ਸਨ ਹੈਗਾ ਵਾ ਜੀ ਆਪਣੇ ਸੋਲਰ ਸਿਸਟਮ ਦੇ ਵਿੱਚ। ਤੇ ਤੁਸੀਂ ਕਹਿ ਦਿਓ ਜੀ ਜਿਵੇਂ ਕੋਲਾ, ਪੈਟਰੋਲੀਅਮ, ਆਪਾਂ ਇਹਨਾਂ ਤੋਂ ਡੇਲੀ ਬੇਸਿਸ ਤੇ ਨਹੀਂ ਇਹ ਚੀਜ਼ ਕਰ ਸਕਦੇ। ਇੱਕ ਦਿਨ ਤਾਂ ਇਦਾਂ ਦਾ ਹੋਊਗਾ ਜਿੱਦੇ ਕੀ ਹੋ ਜਾਣਗੇ ਜੀ, ਟੋਟਲੀ ਡਿਸਅਪੀਅਰ ਹੋ ਜਾਣਗੇ। ਇਹਨੂੰ ਫੁੱਲੀ ਐਕਸਪਲੇਨ ਕਰ ਸਕਦੇ ਹਾਂ। ਪਹਿਲਾ ਮੇਨ ਪੁਆਇੰਟ ਹੈ ਰੀਨਿਊਏਬਲ ਸੋਰਸਸ ਹੈ। ਦੂਸਰੇ ਤੇ ਜਿਹੜਾ ਸਭ ਤੋਂ ਵੱਡਾ ਪੁਆਇੰਟ ਤੁਹਾਡਾ ਹੋ ਸਕਦਾ ਜਿਹਨੂੰ ਵੈਲ ਐਕਸਪਲੇਨ ਕਰ ਸਕਦੇ ਹੋ ਕਿ ਜੀ ਇੱਕ ਪੋਜ਼ਿਟਿਵ ਚੀਜ਼ ਹੈ ਜੇ ਲੋਕਾਂ ਨੂੰ ਇਹ ਯੂਜ਼ ਕਰਨ ਤੇ ਮੋਟੀਵੇਟ ਕੀਤਾ ਜਾ ਰਿਹਾ ਵਾ, ਤਾਂ ਜਿਹਦੇ ਪਿੱਛੇ ਸਭ ਤੋਂ ਵੱਡਾ ਦੂਸਰਾ ਪੁਆਇੰਟ ਹੈਗਾ ਵਾ ਕਿ ਇਹ ਇਕੋ ਫ੍ਰੈਂਡਲੀ ਹੈ ਜੀ। ਯਾਨੀ ਕਿ ਇਹਨਾਂ ਦਾ এনवायरमेंट ਨੂੰ ਕੋਈ ਵੀ ਹਾਰਮ ਨਹੀਂ ਪਹੁੰਚਦਾ ਜੀ। ਜਦੋਂ ਆਪਾਂ ਸੋਲਰ એનર્ਜੀ ਦੇ ਰਾਹੀਂ એનર્ਜੀ ਪੈਦਾ ਕਰਦੇ ਆ, ਵਿੰਡ એનર્ਜੀ ਰਾਹੀਂ ਪੈਦਾ ਕਰਦੇ ਆ, ਤਾਂ ਉਦੋਂ ਕੋਈ ਵੇਸਟ ਮਟੀਰੀਅਲ ਜਾਂ ਕੋਈ ਟੌਕਸਿਸ ਵਗੈਰਾ ਪੈਦਾ ਨਹੀਂ ਹੁੰਦਾ ਜੀ ਜੋ ਕਿ এনवायरमेंट ਨੂੰ ਡੈਮੇਜ ਕਰ ਸਕੇ। ਤੇ ਦੂਸਰੇ ਪਾਸੇ ਜੇ ਤੁਸੀਂ ਫੋਜ਼ਲ ਫਿਊਲ ਦੀ ਗੱਲ ਕਰੋ, ਜਿਵੇਂ ਕੋਲਾ ਹੋ ਗਿਆ, ਪੈਟਰੋਲੀਅਮ ਹੋ ਗਿਆ ਜੀ, ਡੀਜ਼ਲ ਹੋ ਗਿਆ, ਤਾਂ ਉਹ ਜਦੋਂ ਬਰਨ ਹੁੰਦੇ ਆ ਤਾਂ ਉਹਦੇ ਵਿੱਚੋਂ ਹਾਂਜੀ ਗ੍ਰੀਨ ਹਾਊਸ ਗੈਸਸ ਇੱਕ ਵਾਰੀ ਇਹ ਚੀਜ਼ਾਂ ਨੂੰ ਯਾਦ ਰੱਖ ਲਓ। এনवायरमेंट ਦੇ ਰਿਲੇਟਡ ਜਿਹੜਾ ਵੀ ਐਸੇ ਆਇਆ ਕਿਤੇ ਨਾ ਕਿਤੇ ਤੁਹਾਡਾ ਬ੍ਰੇਨ ਕਨੈਕਟੀਵਿਟੀ ਕਰਨ ਦੀ ਕੋਸ਼ਿਸ਼ ਕਰਦਾ ਜੀ। ਮੰਨ ਕੇ ਲਓ ਤੁਹਾਨੂੰ ਉਹਨਾਂ ਨੇ ਹੁਣ ਪੁੱਛ ਲਿਆ ਕਿ ਜੀ ਗਲੋਬਲ ਵਾਰਮਿੰਗ ਕਾਹਤੋਂ ਹੋ ਰਹੀ ਆ, ਤੇ ਇਹਦੇ ਵਿੱਚੋਂ ਇੱਕ ਪੁਆਇੰਟ ਨਿਕਲ ਤਾਂ ਆਇਆ। ਤੁਸੀਂ ਕਹੋ ਜੀ ਕਿਉਂਕਿ ਨੌਨ ਰੀਨਿਊਏਬਲ ਸੋਰਸਸ ਲੋਕੀ ਬਹੁਤ ਵਰਤਦੇ ਆ ਜੀ। ਲੋਕੀ ਕੋਲਾ, ਪੈਟਰੋਲੀਅਮ, ਡੀਜ਼ਲ ਨੂੰ ਯਾਨੀ ਕਿ ਬਰਨ ਕਰਦੇ ਆ ਡੇਲੀ ਬੇਸਿਸ ਤੇ। ਇਹਦੇ ਰਾਹੀਂ ਗ੍ਰੀਨ ਹਾਊਸ ਗੈਸਸ ਪ੍ਰੋਡਿਊਸ ਹੁੰਦੀਆਂ, ਕਾਰਬਨ ਡਾਈਆਕਸਾਈਡ ਨਿਕਲਦੀ ਆ, ਮਿਥੇਨ ਨਿਕਲਦੀ ਆ ਜੀ। ਇਹ ਆਪਣੀ ਧਰਤੀ ਦਾ ਟੈਂਪਰੇਚਰ ਵਧਾ ਦਿੰਦੀ ਹੈ ਜੀ। ਇਹਦੇ ਨਾਲ ਗਲੋਬਲ ਵਾਰਮਿੰਗ ਹੋ ਜਾਂਦੀ ਹੈ। ਦੇਖੋ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਜੁੜੀਆਂ ਜੀ। ਆਪਣਾ ਇਧਰ ਪੁਆਇੰਟ ਕੀ ਹੁਣ ਇਹਦੇ ਵਾਲੇ ਪਾਸੇ ਨਾਲ ਗਲੋਬਲ ਵਾਰਮਿੰਗ ਵੜ ਲਓ, ਇਹ ਮੈਂ ਜਸਟ ਤੁਹਾਨੂੰ ਵਿੱਚੋਂ ਕਨੈਕਟੀਵਿਟੀ। ਇਹਦਾ ਦੂਸਰਾ ਪੁਆਇੰਟ ਹੈਗਾ ਕਿ ਇਹ ਜਾਨੀ ਕਿ ਇਕੋ ਫ੍ਰੈਂਡਲੀ ਹੁੰਦੇ ਆ ਜੀ। ਸੋਲਰ ਸਿਸਟਮ ਤੋਂ એનર્ਜੀ ਪੈਦਾ ਕਰਨੀ, ਵਿੰਡ ਤੋਂ ਆਪਾਂ ਨੇ ਕੀ ਪੈਦਾ ਕਰਦੇ ਆ, ਇਹਦੇ ਨਾਲ ਕੋਈ ਵੀ এনवायरमेंट ਨੂੰ ਹਾਰਮ ਨਹੀਂ ਹੁੰਦਾ ਜੀ। ਜੇ ਆਪਾਂ ਕੋਲੇ ਨੂੰ, ਡੀਜ਼ਲ ਨੂੰ, ਇਹਨਾਂ ਨੂੰ ਬਰਨ ਕਰਦੇ ਆ ਤਾਂ ਇਹਨਾਂ ਵਿੱਚੋਂ ਹਾਰਮਫੁਲ ਗੈਸਸ ਨਿਕਲਦੀਆਂ ਜੀ ਜੋ ਆਪਣੇ এনवायरमेंट ਲਈ ਬਹੁਤ ਖਤਰਨਾਕ ਆ ਜੀ। ਅੱਜ ਦੇ ਸਮੇਂ 'ਚ ਜਿੰਨੀਆਂ ਵੀ ਟੈਂਪਰੇਚਰ ਰਾਈਜ਼ ਹੋ ਰਿਹਾ ਵਾ, ਜਿੰਨਾ ਵੀ ਆਪਣੇ ਕੀ ਗਲੋਬਲ ਵਾਰਮਿੰਗ ਹੋ ਰਹੀ ਆ, ਕਲਾਈਮੇਟ ਚੇਂਜ ਹੋ ਰਿਹਾ ਵਾ, ਇਹ ਕਿੰਨਾ ਕਰਕੇ ਹੋ ਰਿਹਾ ਜੀ? ਇਹ ਆਪਾਂ ਫੋਜ਼ਲ ਫਿਊਲ ਨੂੰ ਕਿੰਨਾ ਜ਼ਿਆਦਾ ਯੂਜ਼ ਕਰਨ ਲੱਗੇ ਤਾਂ ਹੀ ਤਾਂ ਹੋ ਰਿਹਾ ਜੀ। ਡੇਲੀ ਬੇਸਿਸ ਤੇ ਤੁਸੀਂ ਕਹਿ ਦਿਓ ਕਿੰਨੇ ਯਾਨੀ ਕਿ ਟਨਸ ਆਫ ਕੋਲ ਤੇ ਕਿੰਨੇ ਲੀਟਰਸ ਆਫ ਪੈਟਰੋਲ ਦੁਨੀਆ ਭਰ ਦੇ ਵਿੱਚ ਯੂਜ਼ ਹੁੰਦਾ ਵਾ, ਤੇ ਡੇਲੀ ਬੇਸਿਸ ਤੇ CO2 ਅਮਿਟ ਹੁੰਦੀ ਰਹਿੰਦੀ ਨੌਨ ਸਟਾਪ, ਤੇ ਉਹਦੇ ਨਾਲ ਹੀ ਪੋਲਿਊਸ਼ਨ ਵਧੀ ਜਾਂਦੇ ਆ ਜੀ। ਤੇ ਜੇ ਲੋਕੀ ਇਨਕਰੇਜ ਹੋ ਰਹੇ ਆ ਵੀ ਚਲੋ ਲੋਕੀ ਸੋਲਰ ਪੈਨਲ, ਧਿਆਨ ਨਾਲ ਸੋਲਰ ਪੈਨਲ ਜਿਹੜੀਆਂ ਆਪਣੇ ਘਰ ਦੀਆਂ ਛੱਤਾਂ ਦੇ ਉੱਪਰ ਹੁਣ ਲੱਗੀਆਂ ਹੁੰਦੀਆਂ ਸੋਲਰ ਪੈਨਲ, ਜੇ ਲੋਕੀ ਇਹਨਾਂ ਨੂੰ ਇੰਸਟਾਲ ਕਰਵਾਉਣਗੇ, ਰੈਲੇਵੈਂਟ ਟਰਮ ਲਿਖੋ ਇੰਸਟਾਲ ਜਾਂ ਸੈਟਅਪ, ਜੇ ਲੋਕੀ ਇਹਨਾਂ ਨੂੰ ਸੈਟਅਪ ਕਰਵਾਉਂਦੇ ਆ ਤਾਂ ਇਹਦੇ ਨਾਲ ਜੀ ਤੁਸੀਂ ਕਹਿੰਦੇ ਹੋ ਸਾਰੀ CO2 ਦੀ ਜਿਹੜੀ ਡੇਲੀ ਬੇਸਿਸ ਤੇ এনवायरमेंट ਵਿੱਚ ਅਮਿਟ ਹੁੰਦੀ ਆ ਉਹ ਕਿੰਨੇ % ਦੇ ਰਾਹੀਂ ਘਟ ਜੂ ਜੀ। ਕੋਈ ਵੀ ਐਗਜ਼ਾਮਪਲ ਤੁਸੀਂ ਲਿਖ ਸਕਦੇ ਹੋ ਜੀ, ਕੋਈ ਵੀ ਐਗਜ਼ਾਮਪਲ। ਜਾਪਾਨ, ਤੁਸੀਂ ਕਹਿੰਦੇ ਹੋ ਜਾਪਾਨ ਜਿਹੜਾ ਹੈਗਾ ਹਾਫ ਤੋਂ ਜ਼ਿਆਦਾ ਜਾਪਾਨ ਜੋ ਹੈਗਾ ਵਾ ਉਹ ਸੋਲਰ ਸਿਸਟਮ ਤੇ ਹੋ ਗਿਆ ਜੀ। ਜਾਪਾਨ ਨੇ ਪੈਟਰੋਲ, ਡੀਜ਼ਲ, ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਕੁਆਂਟੀਟੀ ਆ ਇਹ ਘਟਾਤੀ ਜੀ ਬਹੁਤ ਜ਼ਿਆਦਾ। ਜਿੰਨੇ ਵੀ ਇੱਥੇ ਨੌਨ ਰੀਨਿਊਏਬਲ ਸੋਰਸਸ ਸੀਗੇ ਜੀ, ਇਹਨਾਂ ਦੀ ਇਹਨੇ ਕੁਆਂਟੀਟੀ ਜਮਾਂ ਘਟਾ ਕੇ ਬਹੁਤ ਘੱਟ ਲਿਆਂਦੀ ਤੇ ਇਹਨੇ ਸਾਰੇ ਘਰ ਸੋਲਰ ਸਿਸਟਮ ਕਰਤੇ, ਗੱਡੀਆਂ ਵਗੈਰਾ ਉਹਨੇ ਜਾਨੀ ਕਿ ਸਾਰੀਆਂ ਇਲੈਕਟ੍ਰਿਕ ਕਰਤੀਆਂ, ਜਿਹਦੇ ਨਾਲ ਇਹ ਪਤਾ ਲੱਗਿਆ ਕਿ ਇਹਦਾ ਜਿਹੜਾ
ਹੁਣ ਪੋਲਿਊਸ਼ਨ ਲੈਵਲ ਆ ਇਹ ਬਹੁਤ ਜ਼ਿਆਦਾ ਘੱਟ ਹੋ ਗਿਆ ਜੀ, ਕਿਉਂਕਿ ਉੱਪਰ ਤੁਸੀਂ ਗੱਲਾਂ ਕਰ ਰਹੇ ਹੋ ਕਿ ਇਹ ਇਕੋ ਫਰੈਂਡਲੀ ਹੁੰਦੇ ਆ, ਇਹਨਾਂ ਦੇ ਯੂਜ਼ ਕਰਨ ਦੇ ਨਾਲ ਪੋਲਿਊਸ਼ਨ ਡਿਕਲਾਈਨ ਹੁੰਦਾ। ਤੇ ਤੁਸੀਂ ਆਪਣੀ ਐਗਜ਼ਾਮਪਲ ਦੇ ਵਿੱਚ ਇੱਕ ਕੰਟਰੀ ਚੱਕੀ ਤੇ ਉਹਦੇ ਵਿੱਚ ਸਾਬਿਤ ਕਰਕੇ ਦਿਖਾਤਾ ਕਿ ਪੋਲਿਊਸ਼ਨ ਆ ਕੰਟਰੀ ਦੇ ਵਿੱਚ ਡਿਕਲਾਈਨ ਹੋ ਰਿਹਾ ਪਿਛਲੇ 10 ਸਾਲਾਂ ਤੋਂ। ਹੁਣ ਤੁਹਾਡੇ ਪੁਆਇੰਟ ਦੇ ਨਾਲ ਤੁਹਾਡੀ ਐਗਜ਼ਾਮਪਲ ਆ ਜਿਹੜੀ ਉਹ ਕਨੈਕਟ ਕਰ ਗਈ ਜੀ ਜਮਾ। ਤੁਸੀਂ ਕਿਵੇਂ ਟਾਸਕ ਤੋਂ ਬਾਹਰ ਜਾਂਦੇ ਹੁੰਦੇ ਹੋ ਜੀ? ਤੁਸੀਂ ਇੱਥੇ ਕਹਿਣਾ ਸੀ ਜੀ ਇਹ ਜਿਹੜੇ ਜਿਹੜੇ ਯਾਨੀ ਕਿ ਰੀਨਿਊਏਬਲ ਸੋਰਸਸ ਹੈਗੇ ਆ ਜੀ, ਇਹਦੇ ਨਾਲ এনवायरमेंट ਨੂੰ ਕੋਈ ਹਾਰਮ ਨਹੀਂ ਪਹੁੰਚਦਾ ਜੀ, ਇਹ ਇਹਨਾਂ ਲਈ ਵਧੀਆ ਵਾ। ਤੁਸੀਂ ਇੱਥੋਂ ਸ਼ੁਰੂ ਹੋਏ, ਆਹ ਤੁਹਾਡਾ ਮੇਨ ਪੁਆਇੰਟ ਸੀਗਾ ਜੀ। ਮੇਨ ਪੁਆਇੰਟ ਤੋਂ ਤੁਸੀਂ ਕੀ ਹੋਏ ਜੀ? ਤੁਸੀਂ ਸ਼ਿਫਟ ਹੋਏ, ਤੁਸੀਂ ਨਾਲ ਕੰਪੇਅਰ ਕੀਤਾ ਕਿ ਜੀ ਕੋਲ ਚੱਕ ਲਈਏ ਜਾਂ ਆਪਾਂ ਡੀਜ਼ਲ ਚੱਕ ਲਈਏ, ਇਹਨਾਂ ਨਾਲ ਕੀ ਹੁੰਦਾ ਜੀ? ਤੁਸੀਂ ਕਹੋ ਇਹਨਾਂ ਦੇ ਨਾਲ ਜਿਵੇਂ ਬਹੁਤ ਸਾਰੀਆਂ ਹਾਰਮਫੁਲ ਗੈਸਸ ਜਿਹੜੀਆਂ ਹੈਗੀਆਂ ਜੀ ਉਹ ਜਾਨੀ ਕਿ এনवायरमेंट ਵਿੱਚ ਅਮਿਟ ਹੁੰਦੀਆਂ ਜੀ, ਤੇ ਉਹਦੇ ਨਾਲ এনवायरमेंट ਆ ਜਿਹੜਾ ਪੋਲਿਊਟ ਹੁੰਦਾ ਜੀ। ਪੋਲਿਊਟ ਤੋਂ ਬਾਅਦ ਚੋਂ ਤੁਸੀਂ ਇਹਨਾਂ ਨੂੰ ਜੋੜ ਲਿਆਏ ਲੋਕਾਂ ਦੀ ਹੈਲਥ ਦੇ ਨਾਲ ਕਿ ਜੀ ਹੈਲਥ ਖਰਾਬ ਹੁੰਦੀ ਆ। ਹੈਲਥ ਤੋਂ ਬਾਅਦ ਚੋਂ ਜਿਹੜਾ ਐਗਜ਼ਾਮਪਲ ਤੁਸੀਂ ਦਿੱਤੀ ਆ ਕਿ ਜੀ ਇਹ ਇੱਕ ਸਰਵੇ ਤੋਂ ਪਤਾ ਲੱਗਿਆ ਕਿ ਹਰ ਸਾਲ ਜਿਹੜੇ ਲੋਕੀ ਹੈ ਜੀ ਉਹ ਪੋਲਿਊਸ਼ਨ ਦੇ ਕਾਰਨ ਦੀ ਜਿਵੇਂ ਹਾਰਟ ਡਿਜ਼ੀਜ਼, ਕੈਂਸਰ, ਆ ਚੀਜ਼ਾਂ, ਲੰਗ ਕੈਂਸਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਡੀ ਜਿਹੜੀ ਐਗਜ਼ਾਮਪਲ ਆ ਉਹ ਆਹ ਵਾਲੀ ਚੀਜ਼ ਨੂੰ ਸਪੋਰਟ ਜ਼ਿਆਦਾ ਕਰ ਰਹੀ ਆ ਕਿ ਜਿਹੜਾ ਤੁਹਾਡਾ ਤੁਸੀਂ ਆਪਦਾ ਮੇਨ ਪੁਆਇੰਟ ਚੱਕਿਆ ਸੀਗਾ ਕਿ ਰੀਨਿਊਏਬਲ ਸੋਰਸਸ ਹੁੰਦੇ ਆ ਜਿਹੜੇ ਉਹ এনवायरमेंटल ਪੋਲਿਊਸ਼ਨ ਨੂੰ ਘਟਾਉਂਦੇ ਆ। ਤੁਸੀਂ ਕਿੱਥੋਂ ਲੱਗੇ ਸੀਗੇ ਤੇ ਤੁਸੀਂ ਐਗਜ਼ਾਮਪਲ ਆਪਣੀ ਦਈ ਜਾਂਦੇ ਹੋ ਡਿਜ਼ੀਜ਼ ਦੇ ਵੱਲੀ ਜੀ, ਯਾਨੀ ਕਿ ਤੁਸੀਂ ਤੁਰਦੇ ਕੰਪਲੀਟਲੀ ਲੋਸਟ ਹੋ ਗਏ ਤੇ ਟਾਸਕ ਰਿਸਪੌਂਸ ਦੇ ਵਿੱਚੋਂ ਹੁਣ 5.5 ਤੋਂ ਜ਼ਿਆਦਾ ਵਾਧੂ ਬੱਚੇ ਦੇ ਬੈਂਡ ਨਹੀਂ ਆਉਣੇ। ਤੁਹਾਨੂੰ ਪਤਾ ਲੱਗ ਗਿਆ ਜੀ ਲੋਸਟ ਕਿਵੇਂ ਹੋਇਆ ਜਾਂਦਾ ਹੁੰਦਾ? ਯੈਸ ਔਰ ਨੋ ਜੀ? ਹਾਂਜੀ ਸਰ। ਤੁਸੀਂ ਐਕਚੁਅਲ ਦੇ ਵਿੱਚ ਐਗਜ਼ਾਮਪਲ ਕਿਹਦੀ ਦੇ ਰਹੇ ਹੋ? ਜਿਹੜਾ ਤੁਸੀਂ ਰਿਜ਼ਲਟ ਕੱਢ ਕੇ ਆਏ ਹੋ ਆਪਣੇ ਪੁਆਇੰਟ ਦਾ। ਜੇ ਤੁਸੀਂ ਰਿਜ਼ਲਟ ਦੀ ਐਗਜ਼ਾਮਪਲ ਦਵੋਗੇ ਤਾਂ ਤੁਸੀਂ ਟਾਸਕ ਤੋਂ ਬਾਹਰ ਹੋ ਜੀ, ਕਿਉਂਕਿ ਤੁਹਾਡਾ ਰਿਜ਼ਲਟ ਤਾਂ ਤੁਸੀਂ ਆਪਣੇ ਮੇਨ ਪੁਆਇੰਟ ਦਾ ਵੈਸੇ ਡਰਾਈਵ ਕੀਤਾ ਜੀ। ਜਿਹੜੀ ਐਗਜ਼ਾਮਪਲ ਹੁੰਦੀ ਆ ਉਹ ਤਾਂ ਆਪਣੇ ਮੇਨ ਪੁਆਇੰਟ ਨੂੰ ਸਪੋਰਟ ਕਰਦੀ ਹੋਣੀ ਚਾਹੀਦੀ ਹੈ ਨਾ, ਰਿਜ਼ਲਟ ਨੂੰ ਥੋੜੋ। ਯੈਸ ਸਰ ਨੂੰ? ਹਾਂਜੀ ਸਰ। ਤਾਂ ਹੁਣ ਤੋਂ ਜਦੋਂ ਵੀ ਐਗਜ਼ਾਮਪਲ ਤੁਸੀਂ ਆਪਦੀ ਲਿਖੋਗੇ ਜੀ ਤਾਂ ਤੁਸੀਂ ਇਹਨੂੰ ਵੈਸੇ ਹੀ ਸੈਲਫ ਚੈੱਕ ਕਰ ਸਕਦੇ ਹੋ ਜੀ। ਜਦੋਂ ਤੁਸੀਂ ਐਗਜ਼ਾਮਪਲ ਆਪਣੀ ਲਿਖੀ ਤੇ ਐਗਜ਼ਾਮਪਲ ਪੜ੍ਹ ਕੇ ਦੇਖੋ ਤੇ ਬਾਅਦ ਚੋਂ ਆਪਣੇ ਪੁਆਇੰਟ ਦੀ ਮੇਨ ਪੁਆਇੰਟ ਦੀ ਪਹਿਲੀ ਲਾਈਨ ਪੜ੍ਹੋ ਬਈ ਕੀ ਮੇਰਾ ਮੇਨ ਪੁਆਇੰਟ ਤੇ ਐਗਜ਼ਾਮਪਲ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆ ਕਿ ਨਹੀਂ। ਉਹ ਜਮਾ ਹੀ ਨਹੀਂ ਕਰਨੇ। ਤੁਸੀਂ ਇਹ ਨੋਟ ਕਰਕੇ ਦੇਖਿਓ ਤੁਹਾਡੀ ਜਿਹੜੀ ਪੁਆਇੰਟ ਹੋਊਗਾ ਉਹ ਕੀ ਕਹਿ ਰਿਹਾ ਹੋਊਗਾ ਕਿ ਜੀ ਜਿਹੜੇ ਰੀਨਿਊਏਬਲ ਸੋਰਸਸ ਆ ਉਹ এনवायरमेंटल ਪੋਲਿਊਸ਼ਨ ਨੂੰ ਘਟਾਉਂਦੇ ਆ। ਇਹ ਤੁਹਾਡਾ ਮੇਨ ਪੁਆਇੰਟ ਆ। ਹੁਣ ਐਗਜ਼ਾਮਪਲ ਦੇਖ ਲਓ ਜੀ, ਉਹਦੇ ਵਿੱਚ ਤੁਸੀਂ ਲਿਖੀ ਜਾਂਦੇ ਹੋ ਕਿ ਹਰ ਸਾਲ 70% ਲੋਕੀ ਡਿਜ਼ੀਜ਼ ਦੇ ਰਾਹੀਂ ਮਰ ਜਾਂਦੇ ਆ ਜੀ। ਤਾਂ ਹੁਣ ਮੈਨੂੰ ਦੱਸੋ ਵੀ ਕੀ ਕੋਈ ਇਹਦੇ ਵਿੱਚ ਰੈਲੇਵੈਂਸੀ ਸੀਗੀ ਜੀ? ਯੈਸ ਔਰ ਨੋ? ਨੋ ਸਰ। ਇਹਨੂੰ ਕਹਿੰਦੇ ਹੁੰਦੇ ਆ ਲੈਕ ਆਫ ਕੋਰੈਂਸ ਇਨ ਦਾ ਰਾਈਟਿੰਗ, ਬੀਪੀ ਦੇ ਵਿੱਚ। ਜਾਨੀ ਕਿ ਲੂਜ਼ਲੀ ਟਾਈਟ ਆ ਤੁਹਾਡਾ ਜੋ ਆਪਾਂ ਕਹਿ ਰਹੇ ਕਿ ਜੋ ਬੀਪੀ ਹੈ ਜੀ। ਸਟਰੋਂਗਲੀ ਟਾਈਟ ਕਦੋਂ ਹੁੰਦਾ ਵਾ? ਜਦੋਂ ਤੁਹਾਡੀ ਐਗਜ਼ਾਮਪਲ ਤੁਹਾਡੇ ਪੁਆਇੰਟ ਦੇ ਨਾਲ ਰੈਲੇਵੈਂਟ ਹੁੰਦੀ ਹੈ। ਮੈਨੂੰ ਸਾਰਿਆਂ ਨੇ ਇੱਕ ਵਾਰੀ ਯੈਸ ਔਰ ਨੋ ਦੱਸ ਦਿਓ, ਕਿਉਂਕਿ ਬਹੁਤ ਮੇਨ ਚੀਜ਼ ਹੈ ਰਾਈਟਿੰਗ ਦੇ ਵਿੱਚ ਅੱਜ ਜਿਹੜੀ ਡਿਸਕਸ ਕੀਤੀ ਆਪਾਂ। ਸਾਰਿਆਂ ਨੂੰ ਪਤਾ ਲੱਗੀ ਜੀ ਇਹ ਚੀਜ਼? ਹਾਂਜੀ ਸਰ। ਓਕੇ ਜੀ। ਹਾਂਜੀ ਜੀ, ਤਾਂ ਇੱਥੇ ਆਪਾਂ ਹੁਣ ਪੁਆਇੰਟ ਦੇਖ ਲਈ। ਦੇਖੋ ਆਪਣਾ ਪਹਿਲਾ ਪੁਆਇੰਟ ਸੀਗਾ ਕਿ ਜੀ ਇਹ ਰੀਨਿਊਏਬਲ ਸੋਰਸਸ ਹੁੰਦੇ ਆ ਜੀ, ਇਹ ਖਤਮ ਨਹੀਂ ਹੋਣੇ ਕਦੇ। ਦੂਸਰਾ ਕਿ ਜੀ ਇਹ ਇਕੋ ਫਰੈਂਡਲੀ ਹੁੰਦੇ ਆ ਜੀ। ਤੇ ਤੀਸਰੇ ਨੰਬਰ ਤੇ ਜੇ ਤੁਸੀਂ ਕਹੋ ਤਾਂ ਜੀ, ਤੀਸਰਾ ਨੰਬਰ ਜੇ ਤੁਸੀਂ ਕੋਈ ਪੁਆਇੰਟ ਬਣਾਉਣਾ ਹੋਵੇ ਤਾਂ ਜੀ, ਤੀਸਰਾ ਪੁਆਇੰਟ ਜੀ ਜੇ ਬਣਾਉਣਾ ਹੋਵੇ ਤਾਂ ਜੀ, ਨਹੀਂ ਤਾਂ ਤੁਹਾਡੇ ਦੋ ਵੀ ਬਹੁਤ ਆ। ਪੁਆਇੰਟ ਵੈਸੇ ਬਹੁਤ ਹੈ ਜੀ ਇਹਦੇ, ਕੋਈ ਵੀ ਪੁਆਇੰਟ ਮਾੜਾ ਨਹੀਂ ਹੁੰਦਾਗਾ, ਕੋਈ ਵੀ ਪੁਆਇੰਟ ਨੀਚੇ ਵਾਲਾ ਨਹੀਂ ਹੁੰਦਾ, ਕੋਈ ਵੀ ਪੁਆਇੰਟ ਛੋਟਾ ਨਹੀਂ ਹੁੰਦਾ। ਤੁਸੀਂ ਉਹਨੂੰ ਐਕਸਪਲੇਨ ਕਿਸ ਵੇ ਨਾਲ ਕਰ ਰਹੇ ਹੋ ਉਹ ਚੀਜ਼ ਡਿਪੈਂਡ ਕਰਦੀ ਹੈ। ਹੁਣ ਇਹਦਾ ਇੱਕ ਪੁਆਇੰਟ ਏਦਾਂ ਵੀ ਹੋ ਸਕਦਾ ਕਿ ਜੀ ਇਹਨਾਂ ਦੇ ਯੂਜ਼ ਕਰਨ ਦੇ ਨਾਲ ਜਿਹੜੇ ਆਪਣੇ ਫੋਸਿਲ ਫਿਊਲ ਹੈਗੇ ਆ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕਦਾ ਜੀ, ਉਹਨਾਂ ਨੂੰ ਬਚਾਇਆ ਜਾ ਸਕਦਾ ਜੀ। ਧਿਆਨ ਨਾਲ ਦੇਖਿਓ ਜੀ, ਉਹਨਾਂ ਨੂੰ ਬਚਾਇਆ ਜਾ ਸਕਦਾ ਜੀ। ਤੇ ਉਹਨਾਂ ਨੂੰ ਲੋੜ ਪੈਣ ਤੇ ਬਾਅਦ ਚੋਂ ਆਪਾਂ ਵਰਤ ਸਕਦੇ ਹਾਂ ਜਿੱਥੇ ਆਪਾਂ ਨੂੰ ਉਹਨਾਂ ਦੀ ਨੀਡ ਹੈ ਜੀ। ਕਿਉਂਕਿ ਦੇਖੋ ਹੁਣ ਸੋਲਰ ਪੈਨਲ ਜਿਹੜਾ ਹੈਗਾ ਜੀ ਉਹ ਹਰ ਇੱਕ ਜਗ੍ਹਾ ਤੇ ਵੀ ਆਪਣਾ ਕੰਮ ਥੋੜੀ ਚਲਾ ਦੂਗਾ ਜੀ। ਹੁਣ ਇੱਕ ਮੂਨ ਦੇ ਉੱਪਰ ਰਾਕਟ ਲਾਂਚ ਕਰਨਾ, ਤੁਹਾਨੂੰ ਕੀ ਲੱਗਦਾ ਕਿ ਉਹ ਸੋਲਰ ਪੈਨਲ ਥੋੜੀ ਕਰ ਦੂਗਾ? ਵਿੰਡ એનર્ਜੀ ਨਾਲ ਰਾਕਟ ਥੋੜੀ ਮੂਨ ਤੇ ਲਾਂਚ ਹੋ ਜਾਊਗਾ ਜੀ। ਰਾਕਟ ਨੂੰ ਮੂਨ ਤੇ ਲਾਂਚ ਕਰਨ ਦੇ ਲਈ ਕਿੰਨੇ ਟਨਸ ਆਫ ਆਪਾਂ ਨੂੰ ਪੈਟਰੋਲ ਤੇ ਜਿਹੜਾ ਉਹ ਆਪਣਾ ਈਥਰ ਵਗੈਰਾ ਜੋ ਵੀ ਉਹਨਾਂ ਨੇ ਚੀਜ਼ ਬਣਾਈ ਆ
ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਯੂਜ਼ ਹੁੰਦਾ ਜੀ, ਕਿਤੇ ਨਾ ਕਿਤੇ ਕੋਲ ਜਾਂ ਪੈਟਰੋਲ ਜਾਂ ਡੀਜ਼ਲ, ਇਹ ਸਾਰੀਆਂ ਚੀਜ਼ਾਂ ਦਾ ਯੂਜ਼ ਹੁੰਦਾ ਜੀ। ਜਦੋਂ એનર્ਜੀ ਆਪਾਂ ਨੂੰ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਆ, ਉੱਥੇ ਆਪਣੀਆਂ ਸੋਲਰ ਜਾਂ ਕੋਈ ਵਿੰਡ ਇਹ ਜ਼ਿਆਦਾ ਕੰਮ ਨਹੀਂ ਕਰ ਸਕਦੀ। ਚਲੋ ਫਿਊਚਰ 'ਚ ਪੋਸੀਬਲ ਹੋ ਸਕਦਾ ਵਾ, ਬਟ ਫਿਲਹਾਲ ਜਦੋਂ ਤੁਸੀਂ ਦੇਖਦੇ ਹੋ ਹੁਣ ਜਦੋਂ ਰੌਕਟ ਲਾਂਚ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਆਪਣੇ ਆਹ ਵਾਲੇ ਸੋਰਸ ਹੀ ਯੂਜ਼ ਹੁੰਦੇ ਆ ਜੀ, ਨਾਨ ਰੀਨਿਊਏਬਲ। ਤਾਂ ਇਹ ਆਪਾਂ ਜੇ ਬਚਾ ਕੇ ਰੱਖਾਂਗੇ, ਨਿੱਕੇ ਮੋਟੇ ਕੰਮਾਂ ਦੇ ਲਈ ਆਪਾਂ ਯੂਜ਼ ਕਰ ਲੈਂਦੇ ਆ ਜੀ, ਜਿਹੜੇ ਆਪਣੇ ਰੀਨਿਊਏਬਲ ਆ। ਜੇ ਆਪਾਂ ਰੀਨਿਊਏਬਲ ਸੋਰਸਸ ਯੂਜ਼ ਕਰਾਂਗੇ ਤਾਂ ਇਹਦੇ ਨਾਲ ਨਾਨ ਰੀਨਿਊਏਬਲ ਨੂੰ ਪ੍ਰੀਜ਼ਰਵ ਕਰ ਲਾਂਗੇ ਨਾ ਆਪਾਂ। ਜਿੰਨਾ ਵੀ ਪੈਟਰੋਲ ਡੀਜ਼ਲ ਵਗੈਰਾ ਹੈਗਾ ਇਹ ਆਪਣਾ ਸੇਵ ਰਹੂਗਾ ਜੀ। ਹੁਣ ਇਹ ਕਿਤੇ ਨਾ ਕਿਤੇ ਫਿਊਚਰ ਦੇ ਵਿੱਚ ਲੋੜ ਪੈਣ ਤੇ ਵਰਤਿਆ ਜਾ ਸਕਦਾ ਜੀ, ਤੇ ਕਮ ਸੇ ਕਮ ਨੈਕਸਟ ਜਨਰੇਸ਼ਨ ਵੀ ਇਹਨਾਂ ਨੂੰ ਚਲੋ ਯੂਜ਼ ਕਰ ਲਓ ਜੀ, ਜੇ ਉਹਨਾਂ ਨੂੰ ਲੋੜ ਪਈ ਤਾਂ। ਇਹ ਤੁਹਾਡਾ ਪੁਆਇੰਟ ਹੋ ਸਕਦਾ ਜੀ ਕਿ ਪ੍ਰੀਜ਼ਰਵ ਕੀਤੇ ਜਾ ਸਕਦੇ ਆ। ਚੌਥਾ ਪੁਆਇੰਟ ਕੋਈ ਵੀ ਹੋ ਸਕਦਾ ਜੀ ਕਿ ਜੇ ਆਪਾਂ ਰੀਨਿਊਏਬਲ ਸੋਰਸਸ ਲੋਕੀ ਯੂਜ਼ ਕਰਨ ਲੱਗ ਜਾਣਗੇ ਤਾਂ ਇਹਦੇ ਨਾਲ ਜੀ ਕੰਟਰੀਆਂ ਵੀ ਇੰਡੀਪੈਂਡੈਂਟ ਹੋ ਜਾਣਗੀਆਂ। ਹੁਣ ਦੇਖੋ ਨਾ, ਆਪਾਂ ਸਾਊਦੀ ਅਰਬ ਤੇ ਡਿਪੈਂਡ ਆ, ਕਈ ਕੰਟਰੀਆਂ ਆਪਣੇ ਤੇ ਡਿਪੈਂਡ ਆ, ਆਪਾਂ ਤੇਲ ਦੇ ਮਾਮਲੇ ਦੇ ਵਿੱਚ ਇੱਕ ਦੂਜੇ ਤੇ ਡਿਪੈਂਡ ਆ ਜੀ। ਨਿੱਕੀ ਜੀ ਵਾਰ ਹੁੰਦੀ ਆ ਤਾਂ ਤੇਲ ਵਗੈਰਾ ਮਹਿੰਗਾ ਹੋ ਜਾਂਦਾ, ਕਿੰਨੀਆਂ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ। ਕੋਲਾ ਵੀ ਤਾਂ ਆਪਣੇ ਤੋਂ ਲੈਂਦੇ ਆ ਨਾ, ਕਈ ਕੰਟਰੀਆਂ ਆਪਣੇ ਤੋਂ ਕੋਲਾ ਵਗੈਰਾ ਲੈਂਦੀਆਂ ਜੀ। ਤਾਂ ਜੇ ਕਿਤੇ ਨਾ ਕਿਤੇ ਇਹ ਚੀਜ਼ ਨੂੰ ਬੜਾਵਾ ਮਿਲ ਰਿਹਾ ਵਾ ਤੇ ਪੋਜ਼ਿਟਿਵ ਹੀ ਹੈ ਜੀ। ਕਿਉਂ? ਕਿਉਂਕਿ ਇਹਦੇ ਨਾਲ ਕੰਟਰੀਆਂ ਇੰਡੀਪੈਂਡੈਂਟ ਹੁੰਦੀਆਂ ਜੀ, ਇੱਕ ਦੂਸਰੇ ਤੋਂ ਮੰਗਣ ਦੀ ਲੋੜ ਹੀ ਨਹੀਂ ਪੈਣੀ। ਯੈਸ ਔਰ ਨੋ ਜੀ? ਪੁਆਇੰਟ ਹੋ ਸਕਦਾ ਜੀ ਇਹ ਪੋਜ਼ਿਟਿਵ। ਏਦਾਂ ਵੀ ਤਾਂ ਹੋ ਹੀ ਸਕਦਾ ਨਾ ਕਿ ਹਰ ਇੱਕ ਕੰਟਰੀ ਇੰਡੀਪੈਂਡੈਂਟ ਬਣ ਸਕਦੀ। ਹਾਂਜੀ ਸਰ, ਬਹੁਤ ਵਧੀਆ ਪੁਆਇੰਟ ਹੈ। ਬਿਲਕੁਲ ਜੀ। ਅੱਜ ਦੇ ਸਮੇਂ ਦੇ ਵਿੱਚ ਕੰਟਰੀਆਂ ਇੱਕ ਦੂਜੇ ਤੇ ਤੇਲ ਦੇ ਲਈ ਕਿੰਨੀਆਂ ਜ਼ਿਆਦਾ, ਹੁਣ ਦੇਖੋ ਨਾ ਕਿ ਯੂਕਰੇਨ ਦੇ ਵਿੱਚ ਵਾਰ ਲੱਗੀ ਹੈ ਤੇ ਸਾਰੇ ਕੰਟਰੀਆਂ ਨੂੰ ਕਿੰਨੀ ਸਕਾਰਸਿਟੀ ਹੋ ਰਹੀ ਆ ਪੈਟਰੋਲ ਦੀ, ਡੀਜ਼ਲ ਦੀ ਹੋ ਰਹੀ ਹੈ ਨਾ ਜੀ। ਤੇ ਜੇ ਇਹ ਆਪਾਂ ਏਦਾਂ ਦੀਆਂ ਚੀਜ਼ਾਂ ਬਣਾਈਆਂ ਹੁੰਦੀਆਂ, ਸੋਲਰ ਵਗੈਰਾ ਸਾਰਾ ਕੁਝ, ਆਪਣੀ ਦੁਨੀਆ ਪੂਰੀ ਡਿਵੈਲਪ ਹੁੰਦੀ ਅੱਜ ਦੇ ਸਮੇਂ, ਜੇ ਵਾਰ ਚੱਲੀ ਵੀ ਜਾਂਦੀ ਹੈ ਤਾਂ ਆਪਾਂ ਨੂੰ ਤੇਲ ਦੇ ਮਾਮਲੇ ਵਿੱਚ ਕੋਈ ਲੋੜ ਹੀ ਨਹੀਂ ਪੈਣੀ ਸੀ ਜੀ ਕੋਈ। ਸਮਝ ਗਏ ਨਾ ਜੀ? ਤਾਂ ਪੁਆਇੰਟ ਤੁਹਾਡੇ ਕੋਲ 4 ਹੋ ਗਏ ਜੀ, ਠੀਕ ਹੈ ਨਾ। ਇਹਦੇ ਵਿੱਚ ਐਗਜ਼ਾਮਪਲਾਂ ਵਗੈਰਾ ਜਾਂ ਜੋ ਆਪਾਂ ਇੱਥੇ ਆਹ ਵਾਲੀ ਵੋਕੈਬ ਨੋਟ ਕੀਤੀ ਹੈ ਜੀ, ਹਾਰਮਫੁਲ ਗੈਸਸ, ਗ੍ਰੀਨ ਹਾਊਸ ਗੈਸਸ, ਬਰਨ ਵਰਡ ਹੋ ਗਿਆ ਜੀ, ਜਾਂ ਇਕੋ ਫਰੈਂਡਲੀ ਹੋ ਗਿਆ, ਰੀਨਿਊਏਬਲ ਹੋ ਗਏ, ਨॉन ਰੀਨਿਊਏਬਲ ਹੋ ਗਏ। ਆ ਸਾਰੀਆਂ ਟਰਮਸ ਦਾ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ। ਕਲੀਅਰ ਹੈ ਜੀ ਸਾਰਿਆਂ ਨੂੰ? ਯੈਸ ਹਾਂਜੀ ਸਰ। ਤੇ ਕੋਰੈਂਸ ਦਾ ਧਿਆਨ ਰੱਖੋ ਜੀ। ਕੋਰੈਂਸ ਇੱਕ ਏਦਾਂ ਦੀ ਚੀਜ਼ ਆ, ਤੁਸੀਂ GRA ਸਿੱਖ ਸਕਦੇ ਹੋ, ਤੁਸੀਂ ਇਹ ਚੀਜ਼ ਦੇਖ ਸਕਦੇ ਹੋ, ਇਹਨੂੰ ਇੱਕ ਸਟਰਕਚਰ ਨੂੰ ਰੱਟਾ ਲਾ ਸਕਦੇ ਹੋ, ਦੇਖ ਸਕਦੇ ਹੋ ਕਿ ਜੀ ਆ ਵਰਬ ਆ, ਇੱਥੇ ਕੋਮਾ ਲੱਗਣਾ, ਐਂਡ ਆ। ਇਹ ਚੀਜ਼ਾਂ ਆਪਣੇ ਮਾਈਂਡ ਦੇ ਵਿੱਚ ਪੈਟਰਨ ਦੇ ਰੂਪ ਦੇ ਵਿੱਚ ਫਿਕਸ ਹੋ ਸਕਦੀਆਂ ਜੀ। ਤੁਸੀਂ ਵੋਕੈਬੂਲਰੀ ਨੂੰ ਰੱਟੇ ਲਾ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿ ਜੀ ਆਹ 2 ਵਰਡ ਆ, ਠੀਕ ਹੈ, ਕੋਲੋਕੇਸ਼ਨ ਆਹ ਵਾਲੀ, ਇਹ ਚੀਜ਼ਾਂ ਪੋਸੀਬਲ ਆ। ਪਰ ਤੁਸੀਂ ਦੋਵਾਂ ਚੀਜ਼ਾਂ ਨੂੰ ਕਦੇ ਵੀ ਰੱਟਾ ਨਹੀਂ ਲਾ ਸਕਦੇ, ਤੇ ਇਹ 2 ਚੀਜ਼ਾਂ ਹਰ ਇੱਕ ਟਾਸਕ ਦੇ ਵਿੱਚ ਵੈਰੀ ਕਰਦੀਆਂ, ਸੇਮ ਹੋ ਹੀ ਨਹੀਂ ਸਕਦੀਆਂ ਜੀ। ਨੰਬਰ 1 ਤੇ ਥਾਟਸ, ਹਰ ਇੱਕ ਐਸੇ ਦੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ। ਯੈਸ ਔਰ ਨੋ ਜੀ? ਹਾਂਜੀ ਸਰ। ਫਾਈਨਲ ਦੇ ਵਿੱਚ ਵੀ ਕੋਈ ਫਾਰਮੂਲਾ ਹੈਗਾ ਜਿਹੜਾ ਫਾਰਮੂਲਾ ਲਾ ਕੇ ਤੁਹਾਨੂੰ ਥਾਟ ਆ ਜੂ? ਇੱਕ ਕੋਈ ਫਾਰਮੂਲਾ ਹੈ ਜੀ ਬਈ ਤੁਸੀਂ ਅਪਲਾਈ ਕਰ ਦੋਗੇ ਤੁਹਾਨੂੰ ਥਾਟ ਆਉਣੀ ਸ਼ੁਰੂ ਹੋ ਜੂ? ਨਹੀਂ ਜੀ। ਚਲੋ ਆਪਣੇ ਕੋਲੋਂ ਪੁੱਛ ਹੀ ਸਕਦੇ ਹੋ ਜੀ, ਹਾਊ, ਵਾਈ, ਆਪਣੇ ਬ੍ਰੇਨ ਨੂੰ ਕਮਾਂਡ ਦੇ ਸਕਦੇ ਹੋ ਇੱਕ। ਤੇ ਦੂਜੇ ਨੰਬਰ ਤੇ ਇੱਕ ਚੀਜ਼ ਹੈ ਜਿਹਦਾ ਕੋਈ ਵੀ ਫਾਰਮੂਲਾ ਨਹੀਂ, ਬਣਾਉਣ ਦੀ ਕੋਸ਼ਿਸ਼ ਬਹੁਤ ਕੀਤੀ ਜਾਂਦੀ ਆ, ਬਹੁਤ ਜ਼ਿਆਦਾ ਲੋਕਾਂ ਦਾ ਦਾਅਵਾ ਕਰਨਾ ਕਿ ਜੀ ਕੋਰੈਂਸ ਇੱਕ ਮਕੈਨੀਕਲ ਚੀਜ਼ ਆ, ਬਟ ਮੇਰੇ ਅਕੋਰਡਿੰਗ ਮਕੈਨੀਕਲ ਨਹੀਂ ਜੀ। ਸੈਂਟੈਂਸਸ ਨੂੰ ਲਿੰਕ ਕਰਨਾ ਇਹ ਵੀ ਇੱਕ ਬ੍ਰੇਨ ਦੀ ਕਨੈਕਟੀਵਿਟੀ ਪਾਵਰ ਆ। ਕਈ ਵਾਰੀ ਇਹ ਕਨੈਕਟ ਕਰ ਵੀ ਜਾਂਦਾ ਵਾ, ਕਈ ਵਾਰੀ ਇਹ ਕਨੈਕਟ ਨਹੀਂ ਵੀ ਕਰਦਾ। ਕੋਈ ਪਾਰਟਿਕੂਲਰ ਫਾਰਮੂਲਾ ਨਹੀਂ ਇਹ ਚੀਜ਼ ਦੇ ਲਈ। ਸਮਝਦੇ ਹੋ ਨਾ ਮੇਰੀ ਗੱਲ? ਹਾਂਜੀ ਸਰ। ਤੁਸੀਂ ਆਪਣੇ ਪੁਆਇੰਟ ਨੂੰ ਕਨੈਕਟ ਗਾਂ ਦੀਆਂ ਕਰ ਰਹੇ ਹੋ ਜੀ, ਤਾਂ ਕਈ ਵਾਰੀ ਕੋਈ ਐਸੇ ਇਦਾਂ ਦਾ ਹੁੰਦਾ ਵਾ ਜਿਹਦੇ ਵਿੱਚ ਤੁਸੀਂ ਚਾਹ ਕੇ ਵੀ ਕਨੈਕਟ ਤੋਂ ਪਾਸੇ ਹੋ ਜਾਂਦੇ ਹੋ, ਜਿੱਧਰ ਨਿਕਲੇ ਹੁੰਦੇ ਹੋ। ਹਾਂ, ਇਹਦੇ ਵਿੱਚ ਕੁਝ ਕੁ ਚੀਜ਼ਾਂ ਜ਼ਰੂਰ, ਜਿਵੇਂ ਮੈਂ ਤੁਹਾਨੂੰ ਜਿਹੜੀ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸੀ ਸੀਗੀ, ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਲੌਕ ਕਰ ਦਿੰਦੇ ਹੋ ਆਪਣੇ ਪੁਆਇੰਟ ਨੂੰ। ਲੌਕ ਕਰਕੇ ਤੁਸੀਂ ਬਾਉਂਡਰੀ ਚੋਂ ਬਾਹਰ ਨਹੀਂ ਨਿਕਲ ਸਕਦੇ। ਤੁਸੀਂ ਆਪਣੇ ਮੇਨ ਪੁਆਇੰਟ ਜਿਹੜੀ ਗੱਲ ਕਰੀ ਜਾਂਦੇ ਹੋ ਤੇ ਐਗਜ਼ਾਮਪਲ ਜਿਹੜੀ ਤੁਸੀਂ ਦੇਈ ਜਾਂਦੇ ਹੋ, ਇਹ ਡਾਇਰੈਕਟਲੀ ਇੱਕ ਦੂਜੇ ਨਾਲ ਲਿੰਕ ਆ, ਤੇ ਨੈਚੁਰਲ ਜੀ ਗੱਲ ਆ, ਫਿਰ ਵਿੱਚ ਵਾਲੀਆਂ ਲਾਈਨਾਂ ਵੀ ਪਾਸੇ ਨਹੀਂ ਹੋਣਗੀਆਂ, ਉਹ ਵੀ ਵਿੱਚ ਹੋਣਗੀਆਂ। ਹੁਣ ਜੇ ਤੁਸੀਂ ਇੱਥੋਂ ਲੱਗੇ ਸੀਗੇ ਜੀ ਕਿ ਇਹਦੇ ਨਾਲ ਕੀ ਹੁੰਦਾ ਕਿ এনवायरमेंट ਪੋਲਿਊਸ਼ਨ ਨਹੀਂ ਹੁੰਦਾ, ਅੱਗੇ ਜਾ ਕੇ ਹੈਲਥ ਉੱਪਰ ਲੈ ਗਏ, ਹੈਲਥ ਤੋਂ ਥੋੜਾ ਜਿਹਾ ਡਾਇਰੈਕਸ਼ਨ ਲੋਸਟ ਹੋ ਗਈ, ਹੈਲਥ ਉੱਪਰ ਤਾਂ ਹੈ ਹੀ ਨਹੀਂ ਐਸੇ। ਕਈ ਸਟੂਡੈਂਟ ਕਹਿਣਗੇ ਨਹੀਂ ਸਰ ਮੈਂ ਲਿੰਕ ਕੀਤਾ, ਮੈਂ ਕਹਿ ਰਿਹਾ ਲਿੰਕ ਕੀਤਾ ਬਟ ਹੈਲਥ ਉੱਪਰ ਕਿੱਥੇ ਆਏ ਐਸੇ? ਤੁਸੀਂ ਇੱਕ ਲਾਈਨ ਲਿਖਤੀ, ਉਹ ਚ ਕੋਈ ਪ੍ਰੋਬਲਮ ਨਹੀਂ।
ਤੁਸੀਂ ਵਿੱਚ ਇੱਕ ਹੈਲਥ ਦੀ ਲਾਈਨ ਲਿਖਤੀ, ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ, ਤੁਸੀਂ ਐਗਜ਼ਾਮਪਲ ਹੈਲਥ ਤੇ ਕਿਉਂ ਦੇਈ ਜਾਂਦੇ ਹੋ, ਉਹਦੇ ਨਾਲ ਮੈਨੂੰ ਦਿੱਕਤ ਆ, ਤੁਸੀਂ ਹੁਣ ਟੋਟਲੀ ਲੋਸਟ ਹੋਈ ਜਾਂਦੇ ਹੋ। ਹੁਣ ਤੁਹਾਡੀ ਐਗਜ਼ਾਮਪਲ ਆ ਵਾ ਤੇ ਤੁਹਾਡਾ ਮੇਨ ਪੁਆਇੰਟ ਆ ਵਾ, ਤੁਹਾਡਾ ਮੇਨ ਪੁਆਇੰਟ ਕੀ ਸੀਗਾ, ਰੀਨਿਊਏਬਲ ਸੋਰਸਸ এনवायरमेंटल ਪੋਲਿਊਸ਼ਨ ਘਟਾਉਂਦੇ ਆ। ਐਗਜ਼ਾਮਪਲ ਤੁਹਾਡੀ ਕੀ ਹੈ ਜੀ, ਕਿ ਬਹੁਤ ਸਾਰੇ ਲੋਕ ਹਰ ਸਾਲ ਬਿਮਾਰੀਆਂ ਦੇ ਨਾਲ ਮਰਦੇ ਆ, ਇਹਨਾਂ ਦੇ ਵਿੱਚ ਕੋਈ ਰੈਲੇਵੈਂਸੀ ਨਹੀਂ ਜੀ, ਇਹ ਚੀਜ਼ ਦਾ ਧਿਆਨ ਰੱਖਣਾ ਬਸ। ਇਹ ਚੀਜ਼ ਹੋਊਗੀ ਤਾਂ ਫਾਈਨਲ ਦੇ ਵਿੱਚੋਂ ਜੇ ਇੱਕ ਕੰਪਲੈਕਸ ਸਟਰਕਚਰ ਘੱਟ ਵੀ ਲਾਏ ਤਾਂ ਕੋਈ ਖਾਸ ਫਰਕ ਨਹੀਂ ਪੈਣਾ, ਸਟਿਲ ਤੁਹਾਡੇ 6.5 ਬੈਂਡ ਹੋਣਗੇ। ਜੇ ਕੋਲੋਕੇਸ਼ਨ ਇੱਕ ਨਾ ਵੀ ਲਾਓਗੇ ਤਾਂ ਕੋਈ ਫਰਕ ਨਹੀਂ ਪੈਣਾ ਜੀ, ਸਟਿਲ ਤੁਸੀਂ 6 ਬੈਂਡ ਨੂੰ ਗੈਟ ਕਰੋਗੇ। ਬਟ ਜੇ ਤੁਸੀਂ ਕੋਹਰੈਂਸ ਨੂੰ ਲੋਸਟ ਕਰਤਾ ਜੀ, ਇਹਦੇ ਨਾਲ ਤੁਹਾਨੂੰ ਲਾਸ ਹੋ ਸਕਦਾ ਜੀ। ਲੱਗ ਗਿਆ ਪਤਾ ਹੀ ਸਾਰਿਆਂ ਨੂੰ? ਹਾਂਜੀ ਸਰ। ਹਾਂਜੀ ਸਰ।